अपने दृष्टि भेट दी बोलियो मुख ते फेर। ਆਪਣੇ ਵੱਲੋਂ ਭੇਟਾ ਦਿੱਤੀ ਅਤੇ ਮੁਖ ਵਿੱਚੋਂ ਫਿਰ ਬੋਲੇ। ਸੋ ਪਈ ਹਮਰੀ ਦ੍ਰਿਸ਼ਟਿ ਦੇਹੋ ਸੰਦੇਸ਼ਾ। ਉਹ ਸਾਡੇ ਵੱਲੋਂ ਜੋ ਸੰਦੇਸ਼ਾ ਹੁੰਦਾ ਸੁਨੇਹਾ ਦੇਣਾ ਮਹਾਰਾਜ ਜੀ ਨੂੰ। ਸ੍ਰੀ ਅੰਗਦ ਜਿਸ ਦੋਸ਼ ਨਾ ਲੇਸਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਨੂੰ ਲੇਸ਼ ਮਾਤਰ ਵੀ ਕੋਈ ਦੋਸ਼ ਨਹੀਂ ਹੈ। ਸ੍ਰੀ ਚੰਦ ਜੇ ਰਿਸਕੋ ਧਰੈ। ਮੇਰੇ ਵੱਲੋਂ ਵੀ ਕਹਿ ਦਿਓ ਗੁਰੂ ਅੰਗਦ ਦੇਵ ਮਹਾਰਾਜ ਨੂੰ ਬੇਨਤੀ ਕਰ ਦਿਓ ਜੇ ਸ਼੍ਰੀ ਚੰਦ ਜੀ ਗੁੱਸਾ ਕਰਨ क्षमा भरत जो तेह पर करे। ਉਹਨਾਂ ਨੂੰ ਮਾਫ ਕਰ ਦੇਣਾ ਕਿਉਂਕਿ ਉਹ ਹਲੇ ਨਿਆਣੇ ਨੇ ਬੱਚੇ ਨੇ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਨੇ। ਗੁੱਸਾ ਤਾਂ ਕਰਨਗੇ ਵੀ ਗੱਦੀ ਨਹੀਂ ਸਾਨੂੰ ਮਿਲੀ ਪਰ ਇਹ ਚੀਜ਼ ਸੇਵਕ ਦੀ ਹੈ। ਬਾਲੇ ਬਹਰੋ ਬਚਨ ਉਚਾਰਾ। ਭਾਈ ਬਾਲਾ ਜੀ ਨੇ ਫਿਰ ਬਚਨ ਕੀਤਾ। ਸ੍ਰੀ ਅੰਗਦ ਨਾਨਕ ਅਵਤਾਰਾ। ਧੰਨ ਗੁਰੂ ਨਾਨਕ ਦੇਵ ਜੀ ਜੋ ਹਨ ਨਾ ਉਹਨਾਂ ਦਾ ਅਵਤਾਰ ਨੇ ਅੱਗੇ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦਾ ਅਵਤਾਰ ਨਿਰੰਕਾਰ ਜੀ ਦਾ ਨੇ। ਅਵਤਾਰ ਹੁੰਦਾ ਉਸੇ ਨੇ ਫੇਰ ਵਾਪਸ ਆਉਣਾ ਭਾਵ ਅਵਤਾਰ ਰੱਖਿਆ ਕਰਨ ਵਾਸਤੇ ਵਿਪਤਾ ਦੇ ਸਮੇਂ ਇਹ ਉਹਨਾਂ ਨੇ ਆਪਣਾ ਰੂਪ ਵਟਾਇਆ ਹੈ। ਪੰਜ ਦੋਖ ਨ ਤਨ ਮਹਿ ਪਾਵ ਹੈ। ਉਹਨਾਂ ਵਿੱਚ ਪੰਜ ਦੋਸ਼ ਨਹੀਂ ਹਨ। ਉਹ ਗੁੱਸਾ ਕਾਹਨੂੰ ਕਰਨਗੇ। ਬਸ ਧੀਰਜ ਧਾਰੀ ਨਿਮਰਤਾ ਵਾਲੇ ਠੰਡੇ ਠਾਰ ਸ਼ਾਂਤੀ ਦੇ ਪੁੰਜ ਸਤਿਗੁਰੂ ਹਨ। ਇਕਟ ਤਾਰਨ ਜਾ ਤਿਮਰਨ ਆਵ ਹੈ। ਉਹ ਇਸ ਤਰੀਕੇ ਨਾਲ ਜਿਵੇਂ ਸੂਰਜ ਦੇ ਨੇੜੇ ਹਨੇਰਾ ਨਹੀਂ ਨਾ ਆ ਸਕਦਾ। ਸਮਦਮ ਸੋ ਤਨ ਗਿਆਨ ਸੁਹਾਵ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੇ ਸਮ ਹੁੰਦਾ ਮਨ ਤੇ ਕਾਬੂ, ਦਮ ਹੁੰਦਾ ਇੰਦਰੀਆਂ ਵਸ ਵਿੱਚ ਕਰਨੀਆਂ। ਸਭ ਕੁਝ ਉਹਨਾਂ ਦੇ ਵਸ ਵਿੱਚ ਹੈ, ਵਸੀਕਾਰ ਹੈ। ਬਹੁਤ ਜ਼ਿਆਦਾ ਵੱਡੇ ਨੇ। ਉੱਥੇ ਮਾਇਆ ਹੀ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਹੀ ਨਹੀਂ। ਸਾਰੀਆਂ ਚੀਜ਼ਾਂ ਸਤਿਗੁਰਾਂ 'ਚ ਨਹੀਂ ਹੁੰਦੀਆਂ ਹੈ, ਦੁਨਿਆਵੀ ਲੋਕਾਂ 'ਚ ਹੁੰਦੀਆਂ ਨੇ। ਸਤਿਗੁਰੂ ਮਹਾਰਾਜ ਨੂੰ ਪਹਿਲਾਂ ਕੋਈ ਸਮਝਦੇ ਹੀ ਨਹੀਂ। ਜਿਵੇਂ ਮਹਾਰਾਜ ਜੀ ਤੇ ਕਈ ਤਰ੍ਹਾਂ ਦੀਆਂ ਗੱਲਾਂ ਕੱਸ ਦਿੰਦੇ ਨੇ ਲੋਕ, ਉਹ ਇਹ ਨਹੀਂ ਸਮਝਦੇ ਅਸੀਂ ਗੱਲ ਕਿਹਦੇ ਬਾਰੇ ਕਰ ਰਹੇ ਹਾਂ। ਸੱਚੇ ਪਾਤਸ਼ਾਹ ਦਾ ਸਰੂਪ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਉਹ ਤੇ ਸਰੂਪ ਹੀ ਇੰਨਾ ਉੱਚਾ ਹੈ ਕਿ ਅਸੀਂ ਆਪਣੇ ਨਿਆਣਿਆਂ ਵਾਂਗੂ ਐਵੇਂ ਅੰਦਾਜ਼ੇ ਲਾਉਂਦੇ ਰਹਿੰਦੇ ਗੁਰਾਂ ਦੇ ਉੱਤੇ। ਆਪਾਂ ਸਤਿਗੁਰੂ ਮਹਾਰਾਜ ਨੂੰ ਸਮਝ ਨਹੀਂ ਸਕਦੇ। ਸਤਿਗੁਰੂ ਆਪਾਂ ਕਿਸੇ ਅਵਸਥਾ 'ਚ ਪਹੁੰਚ ਕੇ ਫੇਰ ਸਮਝ ਸਕਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਕਿੱਡੇ ਵੱਡੇ ਹਨ। ਆਤਪ ਭਗਤ ਜਗਤ ਬਿਦ ਤਾਵ ਹੈ। ਸੋ ਭਗਤੀ ਦੀ ਧੁੱਪ ਨੂੰ ਜਗਤ ਦੇ ਵਿੱਚ ਸਾਰੇ ਪਾਸੇ ਫੈਲਾਇਆ ਹੈ ਤੇ ਭਗਤੀ ਦੀ ਧੁੱਪ ਸੂਰਜ ਦੇ ਅਲੰਕਾਰ ਵਿੱਚ ਲਿਆਂਦੀ ਕਿ ਸਮ ਦਾ ਮੋਹਨਾ ਨੇ ਕੀਤੇ ਨੇ ਜੋ ਗਿਆਨ ਦੇ ਸਹਿਤ ਸੋਭਨੀਕ ਹੁੰਦੇ ਨੇ। ਸਾਰਾ ਕੁਝ ਉਹਨਾਂ ਦੇ ਕਾਬੂ ਵਿੱਚ ਹੈ। ਪਤਰੀ ਲਿਏ ਚੱਲੇ ਤਤਕਾਲਾ। ਪੱਤਰੀ ਲੈ ਕਰਕੇ ਉਸ ਵਕਤ ਤਤਕਾਲ ਛੇਤੀ ਨਾਲ ਹੀ ਚੱਲੇ ਹਨ। ਚਾਹੇ ਖਡੂਰ ਮਹ ਗੁਰੂ ਕਿਰਪਾਲਾ। ਸ੍ਰੀ ਖਡੂਰ ਸਾਹਿਬ ਦੇ ਵਿੱਚ ਸਤਿਗੁਰੂ ਜੀ ਸਜੇ ਕਿਰਪਾਲੂ ਸਤਿਗੁਰੂ। ਤੋਰਾ ਬੈਸੇ ਅੰਗਦ ਰਾਜ ਹੀ ਬੰਦੇ ਪਦ ਅਰਬਿੰਦ। ਸੋਹਣੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬੈਠੇ ਸੋਭਨੀਕ ਹੋ ਰਹੇ ਹਨ। ਦੋਵੇਂ ਹੱਥ ਜੋੜ ਕਰਕੇ ਚਰਨਾਂ ਕਮਲਾਂ ਪਰ ਜਾ ਕੇ ਮੱਥਾ ਟੇਕਿਆ ਇਹਨਾਂ ਨੇ। ਹਿਰਦੇ ਪ੍ਰਸਿੱਧ ਸਤਿਗੁਰੂ ਕਹਿ ਰਹਿ ਚਿਤ ਗੋਬਿੰਦ। ਹਿਰਦੇ 'ਚ ਪ੍ਰਸੰਨ ਹੋਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੇ ਮਹਾਰਾਜ ਪੱਤਰੀ ਮਿਲ ਗਈ ਲਿਆਂਦੀ। ਇੰਨੇ ਖੁਸ਼ ਹੋਏ ਕਹਿੰਦੇ ਰਹਿ ਚਿਤ ਗੋਬਿੰਦ। ਤੁਹਾਡੇ ਚਿੱਤ ਵਿੱਚ ਗੋਬਿੰਦ ਪ੍ਰਮਾਤਮਾ ਹਮੇਸ਼ਾ ਵਸਿਆ ਰਹੇ ਭਾਈ। ਚੌਪਏ ਖੁਸ਼ੀ ਬਹੁਤ ਬਾਲੇ ਪਰ ਕੀਨੀ। ਭਾਈ ਬਾਲਾ ਜੀ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਖੁਸ਼ੀਆਂ ਦਾ ਮੀਂਹ ਵਰਾ ਦਿੱਤਾ। ਮਾਨੋ ਗੁਰੂ ਸਾਹਿਬ ਤਾਂ ਬਸ ਇੱਕ ਵਾਰ ਝਾਕ ਲੈਣ, ਕਿਸੇ ਵੱਲ ਦੇਖ ਲੈਣ, ਇੱਕ ਵਾਰ ਖੁਸ਼ੀ ਦੇ ਨਾਲ ਕਿਰਪਾ ਕਟਾ ਕੇ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਮਹਾਰਾਜ ਤਾਂ ਇੱਕ ਵਾਰ ਦੇਖ ਕੇ ਹੀ ਸਭ ਕੁਝ ਕੱਟ ਦਿੰਦੇ ਨੇ। ਸਿਰਫ ਉਹਨਾਂ ਦੀ ਇੱਕ ਵਾਰ ਨਿਗਾਹ ਹੋਣੀ ਚਾਹੀਦੀ ਸਾਡੇ ਤੇ, ਕਿਰਪਾ ਦ੍ਰਿਸ਼ਟੀ ਨਾਲ ਤੱਕ ਦੇਣ ਇੱਕ ਵਾਰ। ਪੁੰਨ ਪੱਤਰੇ ਆਪਣੇ ਕਰ ਲੈਨੇ। ਫਿਰ ਆਪਣੇ ਕਰ ਕਮਲਾਂ ਵਿੱਚ ਗੁਰੂ ਸਾਹਿਬ ਨੇ ਜਨਮ ਪੱਤਰੀ ਪਕੜ ਲਈ। ਸਾਦਰ ਸੋ ਨਿਜ ਸੀਸ ਚੜਾਈ। ਸਹਿਤ ਆਦਰ ਦੇ ਗੁਰੂ ਨਾਨਕ ਸਾਹਿਬ ਦੇ ਜਨਮ ਪੱਤਰੀ ਨੂੰ ਆਪਣੇ ਸੀਸ ਪਰ ਰੱਖਿਆ। ਭਾਉ ਬਹੁਤ ਕਰ ਔਰ ਮਹਿ ਲਾਈ। ਬੜੇ ਪ੍ਰੇਮ ਨਾਲ ਫਿਰ ਆਪਣੇ ਔਰ ਵਿੱਚ ਲਾਈ, ਭਾਵ ਗਲ ਦੇ ਨਾਲ ਲਾਈ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਦਰਸ਼ਨ ਤੁਮ ਕਰਵਾਇਓ ਗੁਰ ਕਾ। ਆਪ ਜੀ ਨੇ ਤਾਂ ਭਾਈ ਬਾਲਾ ਜੀ ਮੈਨੂੰ ਗੁਰੂ ਨਾਨਕ ਸਾਹਿਬ ਦਾ ਹੀ ਮਾਨੋ ਦਰਸ਼ਨ ਕਰਵਾ ਦਿੱਤਾ ਹੈ। ਇਹਨਾਂ ਪਿਆਰ ਦੀ ਚੀਜ਼ ਹੈ। ਇੱਕ ਹੁੰਦਾ ਪਿਆਰ ਪ੍ਰੇਮ ਭਾਵਨਾ, ਇੱਕ ਹੁੰਦੀ ਅੱਜ ਕੱਲ ਦੇ ਜਿਵੇਂ ਲੋਕ ਨੇ ਬਹੁਤੀ ਬੁੱਧੀ ਜੀ ਵਰਤੀ ਜਾਣੀ। ਪਿਆਰ ਤਾਂ ਹੋਣਾ ਹੀ ਨਾ ਕੋਈ ਪ੍ਰੈਕਟੀਕਲ ਹੋਣਾ, ਨਾ ਕੋਈ ਜੀਵਨ ਹੋਣਾ, ਨਾ ਕੋਈ ਨਿਤਨੇਮ, ਨਾ ਕੋਈ ਸਿਮਰਨ। ਇੱਥੋਂ ਤੱਕ ਅੰਮ੍ਰਿਤ ਵੀ ਨਹੀਂ ਛਕਿਆ ਹੁੰਦਾ ਕਈਆਂ ਦਾ, ਨਾ ਕੋਈ ਉੱਠਣਾ। ਉਹ ਆਪਣੀ ਇਹ ਹੋਰ ਹੀ ਗੱਲਾਂ ਕਰੀ ਜਾਣਗੇ। ਇਸ ਕਰਕੇ
ਉਹਨਾਂ ਨੂੰ ਤਾਂ ਇਹੀ ਬੇਨਤੀ ਵੀ ਤੁਸੀਂ ਕਾਹਨੂੰ ਆਪਣਾ ਜੀਵਨ ਖਰਾਬ ਕਰਦੇ ਹੋ, ਕਾਹਨੂੰ ਆਪਣੀ ਸਲਾਹਾਂ ਦਿੰਦੇ ਹੋ, ਜਦ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ, ਜਦ ਤੁਹਾਡੀ ਉਹ ਲਾਈਨ ਹੀ ਨਹੀਂ, ਤੁਸੀਂ ਕਾਹਦੇ ਲਈ ਫਿਰ ਆਪਣਾ ਜੀਵਨ ਬਰਬਾਦ ਕਰਦੇ ਹੋ। ਸਭ ਕਾ ਤੁਸੀਂ ਬਹਿ ਕੇ ਭਜਨ ਬੰਦਗੀ ਕਰੋ, ਪਾਠ ਕਰੋ, ਸੇਵਾ ਕਰੋ, ਤੁਹਾਨੂੰ ਇਹ ਪਤਾ ਲੱਗੇ ਕਿ ਗੁਰੂ ਨਾਨਕ ਸਾਹਿਬ ਕੌਣ ਹਨ। ਜਿਸ ਤੇ ਭ੍ਰਮ ਭਾਜੋ ਹੈ ਉਰ ਕਾ। ਜਿਸ ਕਰਕੇ ਮਨ ਦਾ ਜਿਹੜਾ ਭਰਮ ਸੀ ਨਾ, ਉਹ ਸਤਿਗੁਰਾਂ ਦੇ ਵਿੱਚ ਭਰਮ ਨਹੀਂ ਹੈ, ਪਰ ਫਿਰ ਵੀ ਇੱਕ ਕਵੀ ਨੇ ਕਵਿਤਾ ਦੇ ਰੂਪ ਵਿੱਚ ਆਪਾਂ ਨੂੰ ਦਰਸਾਉਣ ਲਈ ਗੱਲ ਕਹੀ ਹੈ। ਸਾਹਸ ਕ੍ਰਿਤ ਅਸ਼ਰ ਜਬ ਚੀਨੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਇਹ ਤਾਂ ਸੰਸਕ੍ਰਿਤ ਵਿੱਚ ਲਿਖੀ ਹੋਈ ਸਾਰੀ, ਤਬ ਅੰਗਦ ਜੀ ਬਚਨ ਸੋ ਕੀਨੇ। ਉਸ ਵਕਤ ਸਤਿਗੁਰੂ ਅੰਗਦ ਦੇਵ ਮਹਾਰਾਜ ਨੇ ਬਚਨ ਕੀਤੇ ਇਸ ਤਰ੍ਹਾਂ, ਹਨ ਅਛਰਨ ਕੋ ਜੋ ਜਾਣੈ। ਇਹ ਹੁਣ ਇਹਨਾਂ ਅੱਖਰਾਂ ਨੂੰ ਕੌਣ ਜਾਣੇਗਾ ਭਾਈ, ਸੰਸਕ੍ਰਿਤ ਤੋਂ ਉਲਥਾ ਕਰਨਾ ਹੁਣ ਗੁਰਮੁਖੀ ਲਿਪੀ ਵਿੱਚ। ਸੋ ਜਾਂ ਕੋ ਪੜ੍ਹ ਅਰਥ ਬਖਾਨੈ। ਜਿਹੜਾ ਇਹਦੇ ਪੜ੍ਹ ਕੇ ਸਾਨੂੰ ਅਰਥ ਦੱਸਣਾ ਕਰੇ। ਗੁਰਮੁਖੀ ਚਾਹੀਏ ਕਰਵਾਈ। ਆਪਾਂ ਇਉਂ ਕਰੀਏ, ਜਨਮ ਪੱਤਰੀ ਨਾ ਗੁਰਮੁਖੀ ਲਿਪੀ ਵਿੱਚ ਸਾਰੀ ਲਿਖਵਾ ਲਈਏ। ਪੜ੍ਹੈ ਸੁਣੈ ਸਿੱਖ ਗੁਰਮਤਿ ਪਾਈ। ਜਿਹੜਾ ਪੜ੍ਹੇਗਾ ਸੁਣੇਗਾ ਗੁਰਸਿੱਖ, ਉਹ ਗੁਰਮਤਿ ਨੂੰ ਪ੍ਰਾਪਤ ਹੋਵੇਗਾ। ਇਹ ਇੱਕ ਚੀਜ਼ ਐਸੀ ਕਿ ਆਪਾਂ ਨੂੰ ਇਹਨੂੰ ਪੜ੍ਹ ਕੇ ਗੁਰਮਤਿ ਕਿਵੇਂ ਮਿਲਦੀ ਹੈ। ਇਹ ਇੱਕ ਬਚਨ ਹੋ ਗਿਆ ਕਿਹਦਾ, ਗੁਰੂ ਅੰਗਦ ਦੇਵ ਜੀ ਦਾ। ਜਿਵੇਂ ਕੋਈ ਬਾਣੀ ਉਚਾਰਨ ਕੀਤੀ ਮਹਾਰਾਜ ਨੇ, ਬਾਣੀ ਦੇ ਪਿੱਛੇ ਫਿਰ ਲਿਖਦੇ ਕੀ ਨੇ, ਸੁਣਤੇ ਪੁਨੀਤ ਕਹਤੇ ਪਵਿੱਤ। ਹੁਣ ਇਹ ਬਚਨ ਹੋ ਗਿਆ। ਹੁਣ ਜਿਵੇਂ 84 ਪੌੜੀਆਂ ਬਣਾਈਆਂ ਬੌਲੀ ਸਾਹਿਬ ਦੀਆਂ, ਤੇ ਬਚਨ ਹੋ ਗਿਆ। ਬਚਨ ਕਿਹਨੇ ਕੀਤਾ, ਅਕਾਲ ਪੁਰਖ ਨਿਰੰਕਾਰ ਦੇ ਤੀਜੇ ਸਰੂਪ ਨੇ। ਜੋ ਇੱਥੇ ਨਹਾਏਗਾ 84 ਕੱਟੀ ਜਾਏ, ਜੋ ਨਹਾਵੇ ਸੋ ਕੁਲ ਤਰਾਵੇ, ਉਧਾਰ ਹੋਇਆ ਹੈ ਜੀ ਕਾ। ਸ੍ਰੀ ਹਰਿਮੰਦਰ ਸਾਹਿਬ ਗੱਲ ਦੇਖਣ ਵਾਲੀ ਹੁੰਦੀ ਆ ਸੂਖਮ ਬੁੱਧੀ ਨਾਲ, ਕਿ ਬਚਨ ਹੋਣ ਕਰਕੇ ਕਿਰਪਾ ਹੁੰਦੀ ਆ। ਆਪਾਂ ਲਾਉਣੇ ਆ ਆਪਣੇ ਢੰਗ ਦੇ ਅੰਦਾਜ਼ੇ। ਇਸ ਕਰਕੇ ਜਿਵੇਂ 10ਵੇਂ ਪਾਤਸ਼ਾਹ ਨੇ ਬਹੁਤ ਸਾਰੀ ਬਾਣੀ ਲਿਖੀ ਹੈ, ਉਹ ਭਾਵੇਂ ਪਹਿਲਾਂ ਵੀ ਹੈਗੀਆਂ ਰਚਨਾਵਾਂ, ਇਹ ਨਹੀਂ ਕਿ ਉਹ ਰਚਨਾਵਾਂ ਪਹਿਲਾਂ ਨਹੀਂ ਹੈਗੀਆਂ। 12 ਮਹਾ ਰਚਨਾ ਜਿਹੜੀ, ਇਹ ਤਾਂ ਸਤਿਯੁਗ ਤੋਂ ਲੈ ਕੇ ਤੁਰੀ ਆਉਂਦੀ ਹੈ। ਉਹ ਹੋਰ ਲਿਖਾਰੀ ਨੇ ਲਿਖੀ, ਕਿਸੇ ਹੋਰ ਨੇ ਲਿਖੀ, ਪਰ ਜਦੋਂ ਕੋਈ ਵੀ ਚੀਜ਼ ਮਹਾਰਾਜ ਦੀ ਕਲਮ ਨਾਲ ਲਿਖੀ ਜਾਂਦੀ ਹੈ, ਉਹ ਸਤਿਗੁਰੂ ਦੀ ਬਾਣੀ ਬਣ ਜਾਂਦੀ। ਇਸ ਕਰਕੇ ਸਤਿਗੁਰੂ ਉਹਦੇ ਵਿੱਚ ਜਦੋਂ ਆਪ ਬਚਨ ਲਿਖਦੇ ਨੇ ਕਿ ਜੇ ਕੋਈ ਆਹ ਚੀਜ਼ ਪੜ੍ਹੇਗਾ ਉਹਨੂੰ ਆਹ ਫਲ ਮਿਲੇਗਾ, ਜੇ ਕੋਈ ਆਹ ਕਰੇਗਾ ਉਹਨੂੰ ਆਹ ਫਲ ਮਿਲੇਗਾ। ਦੇਖਣਾ ਹੈ ਕਿ ਕੌਣ ਕਹਿ ਰਿਹਾ ਹੈ, ਮਹਾਰਾਜ ਦੇ ਬਚਨਾਂ ਨਾਲ ਉਹ ਫਲ ਮਿਲਣਾ ਆਪਾਂ ਨੂੰ। ਇਸ ਕਰਕੇ ਬਹੁਤ ਸਾਰੀਆਂ ਵਿਚਾਰਾਂ ਹਨ, ਜਿੱਥੇ ਸ਼ਰਧਾ ਭਾਵਨਾ ਹੈ, ਜਿੱਥੇ ਜਿਨ੍ਹਾਂ ਨੇ 10ਵੇਂ ਪਾਤਸ਼ਾਹ ਨੂੰ ਆਪਣਾ ਪਿਤਾ ਜੀ ਮੰਨਿਆ, ਜਿਨ੍ਹਾਂ ਨੇ ਮਾਤਾ ਸਾਹਿਬ ਕੌਰ ਨੂੰ ਆਪਣੀ ਮਾਤਾ ਮੰਨਿਆ, ਸਾਡੀ ਸਕੀ ਮਾਂ ਹੈ ਉਹ, ਸਾਡੇ ਸਕੇ ਪਿਤਾ ਜੀ ਹਨ 10ਵੇਂ ਪਾਤਸ਼ਾਹ, ਸਾਡੇ ਮਾਲਕ, ਪ੍ਰਤਪਾਲਕ, ਪਾਲਣਹਾਰ, ਮਾਤਾ ਸਾਹਿਬ ਕੌਰ, ਤਿੰਨਾਂ ਲੋਕਾਂ ਦੀ ਮਾਲਕ ਕੁਦਰਤ ਹੈ। ਉਹ ਬਹੁਤ ਡੂੰਘੀ ਚੀਜ਼ ਹੈ, ਸਮਝਣ ਵਿੱਚ ਫਰਕ ਚਾਹੀਦਾ। ਬਸ ਬੰਦੇ ਨੂੰ ਅੰਦਾਜ਼ਾ ਹੋਣਾ ਚਾਹੀਦਾ ਕਿ ਸੁਤੇ ਸੇ ਦੇ ਤਾਂ ਨਹੀਂ ਹੋਇਆ ਕਿ ਮਾਤਾ ਸਾਹਿਬ ਕੌਰ ਉਦਾਂ ਹੀ ਵਿਆਹ ਹੋ ਗਿਆ, ਨਹੀਂ, ਬੜੀ ਵੱਡੀ ਮਾਤਾ ਜੀ ਹਸਤੀ ਨੇ, ਮਾਤਾ ਜੀ ਬਹੁਤ ਵੱਡੇ ਨੇ। ਬਸ ਇੰਨੇ ਇਸ਼ਾਰੇ ਤੋਂ ਸਮਝ ਲਓ, ਜਾਂ ਫਿਰ ਇਹ ਸਮਝ ਲਓ ਕਿ ਦੂਈ ਕੁਦਰਤ ਸਾਜੀਆ ਹੈ, ਕਰ ਆਸਣ ਡਿਠੋ ਚਾਓ। ਸ੍ਰਿਸ਼ਟੀ ਨੂੰ ਰਚਨਹਾਰੀ ਹੈ ਮਾਤਾ ਸਾਹਿਬ ਕੌਰ, ਉਹ ਕੋਈ ਛੋਟੀ ਜੀ ਹਸਤੀ ਨਹੀਂ ਹੈ। ਇਸ ਕਰਕੇ ਮਾਤਾ ਜੀਤ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਜੀਤ ਕੌਰ ਜੀ ਦਾ ਅੰਗੀਠਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਬਣਿਆ ਹੋਇਆ। ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਦਾ ਅੰਗੀਠਾ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ, ਉਹ ਗੁਰਦੁਆਰਾ ਬਾਲਾ ਸਾਹਿਬ ਦਿੱਲੀ 'ਚ। ਬਹੁਤ ਸਾਰੇ ਲੋਕ ਕਈ ਵਾਰ ਪੁੱਛ ਲੈਂਦੇ ਨੇ ਕਿੰਨੀਆਂ ਮਾਤਾਵਾਂ ਸੀ, ਜਿੱਥੇ 3 ਸੰਸਕਾਰ ਹੋਏ ਨੇ, ਉਹ ਇੱਕ ਜਾਣੇ ਦੇ ਤਾਂ 3 ਸੰਸਕਾਰ ਨਹੀਂ ਨਾ ਹੋਏ, 3 ਮਾਤਾਵਾਂ ਦੇ ਅਲੱਗ-ਅਲੱਗ ਸੰਸਕਾਰ ਹੋਏ ਨੇ। ਇਸ ਕਰਕੇ ਮਨ ਦੇ ਅੰਦਰ ਜਿਨ੍ਹਾਂ ਦੇ ਬਹੁਤ ਉੱਚੀ ਸ਼ਰਧਾ ਭਾਵਨਾ ਹੈ ਕਿ ਸੱਚੇ ਪਾਤਸ਼ਾਹ ਕਿੰਨੇ ਵੱਡੇ ਨੇ, ਇਹ ਤਾਂ ਸਿਰਫ ਉਹਨਾਂ ਨੂੰ ਪਤਾ ਹੈ। ਸਧਾਰਨ ਵਿਅਕਤੀ ਸਤਿਗੁਰੂ ਨੂੰ ਸਧਾਰਨ ਨਿਗਾਹ ਨਾਲ ਜਦੋਂ ਦੇਖਦੇ ਨੇ, ਉਦੋਂ ਮਹਾਰਾਜ ਨੂੰ ਉਹ ਪਹਿਚਾਣ ਨਹੀਂ ਸਕਦੇ। ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅੱਜ ਤੱਕ ਨਹੀਂ ਪਹਿਚਾਣਿਆ, ਜਿਨ੍ਹਾਂ ਤੇ ਕਿਰਪਾ ਉਹਨਾਂ ਨੂੰ ਹੀ ਪਤਾ। ਇਸ ਕਰਕੇ ਜੇ ਮਹਾਰਾਜ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਤੱਕੀਏ ਤਾਂ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ, ਇਹ ਬਾਣੀ ਧਨ ਹੈ। ਸੋਰਠਾ ਸਤਿਗੁਰ ਕਿਰਪਾ ਨਿਧਾਨ, ਸ੍ਰੀ ਨਾਨਕ ਜਗ ਬਿਦਤ ਜਬ। ਸੋ ਸਤਿਗੁਰੂ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਜੱਗ ਦੇ ਵਿੱਚ ਪ੍ਰਗਟ ਹੋਏ,
ਸੰਗਤ ਕੀਨ ਮਹਾਨ ਜਾਨੀ ਵਿਦਿਆ ਵਰਨ ਤਬ ਸੰਗਤ ਮਹਾਨ ਕੀਤੀ ਜਦੋਂ ਸਾਰੀ ਉਸ ਵਕਤ ਵਿਦਿਆ ਦਾ ਵਰਣਨ ਕੀਤਾ ਮਹਾਰਾਜ ਨੇ। ਦੋਹਰਾ ਮਹਿਮਾ ਖਹਿਰਾ ਜੱਟ ਇੱਕ ਕਹਿ ਸ੍ਰੀ ਅੰਗਦ ਪਾਸ। ਇੱਕ ਜੱਟ ਸੀ ਭਾਈ ਮਹਿਮਾ ਖਹਿਰਾ ਇਹਦਾ ਗੋਤ ਸੀ, ਉਹ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕਰਨ ਲੱਗਿਆ। ਪੈੜਾ ਮੋਖਾ ਖੱਤਰੀ ਸੁਲਤਾਨ ਹਿਪਰ ਪਾਸ। ਮਹਾਰਾਜ ਇਹ ਜਿਹੜੀ ਆ ਨਾ ਸੰਸਕ੍ਰਿਤ ਤੋਂ ਗੁਰਮੁਖੀ ਲਿਪੀ ਵਿੱਚ ਜਨਮ ਪੱਤਰੀ ਨੂੰ ਲਿਖਣ ਵਾਲਾ ਇੱਕ ਵਿਅਕਤੀ ਮੈਨੂੰ ਪਤਾ ਸੁਲਤਾਨਪੁਰ ਸਾਹਿਬ ਦੇ ਵਿੱਚ ਹੈ, ਖੱਤਰੀ ਆ ਉਹ ਪੈੜਾ ਮੋਖਾ, ਉਹਦਾ ਮੋਖਾ ਗੋਤ ਹੈ। ਇਹ ਗੋਤ ਹੁਣ ਵੀ ਹੈਗਾ ਮੋਖਾ। ਸੋ ਇਸ ਤਰੀਕੇ ਦਾ ਪੈੜਾ ਉਹਦਾ ਨਾਮ ਹੈ, ਖੱਤਰੀਆਂ ਚੋਂ ਹੈ, ਸੁਲਤਾਨਪੁਰ ਸਾਹਿਬ ਰਹਿੰਦਾ, ਉਹ ਇਹਦਾ ਉਲਥਾ ਕਰ ਸਕਦਾ ਹੈ। ਚੌਪਈ ਅक्षर ਜਾਣਤ ਹੈ ਵਹਿ ਦੋ। ਉਹ ਇਹਨਾਂ ਦੋਨਾਂ ਅੱਖਰਾਂ ਨੂੰ ਜਾਣਦਾ, ਉਹ ਅੱਛੀ ਤਰ੍ਹਾਂ, ਜਿਵੇਂ ਅੱਜ ਕੱਲ ਕਹਿ ਲਓ ਇੰਗਲਿਸ਼ ਦੀ ਟਰਾਂਸਲੇਸ਼ਨ ਕਰਨੀ ਹੋਵੇ, ਇਹ ਜਿਹਾ ਕੋਈ ਬੰਦਾ ਲੱਭਦੇ ਫਿਰੀਏ, ਜੇ ਨਹੀਂ ਆਉਂਦੀ ਤਾਂ ਪੜ੍ਹ ਲਿਖ ਹੈ ਬੁਲਵਾਈਏ ਸੋ। ਮਹਾਰਾਜ ਉਹ ਪੜ੍ਹ ਵੀ ਲੈਂਦਾ, ਲਿਖ ਵੀ ਲੈਂਦਾ, ਉਹਨੂੰ ਆਪਾਂ ਬੁਲਾ ਲਈਏ। ਸ੍ਰੀ ਅੰਗਦ ਕਹੈ ਤੁਮ ਹੀ ਜਾਵੋ। ਮਹਾਰਾਜ ਕਹਿੰਦੇ ਹੁਣ ਤੂੰ ਆਉਂ ਕਰ ਭਾਈ, ਜੇ ਦੱਸਿਆ ਨਾ ਤੂੰ ਜਾਣਦਾ ਵੀ, ਜਾਂ ਤੂੰ ਜਾ, ਫਿਰ ਜਾ ਕਰਕੇ ਉਹਨੂੰ ਲੈ ਕੇ ਆ। ਕਰ ਸਤਕਾਰ ਤੁਰਤ ਲੈ ਆਵੋ। ਐਨ ਪਿਆਰ ਸਤਿਕਾਰ ਨਾਲ ਜਾ ਕੇ ਛੇਤੀ ਲੈ ਕੇ ਆ। ਮਹਿਮਾ ਪਹੁੰਚੋ ਤਾਹੇ ਅਵਾਸਾ। ਭਾਈ ਮਹਿਮਾ ਜੀ ਉਸ ਵਕਤ ਉਹਦੇ ਘਰ ਜਾ ਕਰਕੇ, ਜਿੱਥੇ ਭੇਜਿਆ ਸੀ ਸਿੱਖ ਦੇ ਘਰੇ, ਭਾਈ ਪੈੜਾ ਮੋਖਾ ਦੇ ਘਰੇ ਪਹੁੰਚ ਗਿਆ। ਕਰ ਸਤਕਾਰ ਤੁਰਤ ਲੈ ਆਵੋ। ਉਸ ਵਕਤ ਜਦੋਂ ਘਰ ਪਹੁੰਚਿਆ, ਆਨਿਓ ਜਸਪਦ ਸਤਿਗੁਰ ਪਾਸਾ, ਛੇਤੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕੋਲ ਲੈ ਆਇਆ। ਪਰਿਓ ਚਰਨ ਗੁਰ ਆਗਿਆ ਦੀਨੀ। ਆ ਕਰਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ, ਪੜ੍ਹੋ ਪਤਰਿਕਾ ਸੁਖ ਪ੍ਰਦ ਚੀਨੀ। ਆ ਜਿਹੜੀ ਪਤਰਿਕਾ ਨਾ ਸੁਖ ਦੇ ਦੇਣ ਵਾਲੀ ਗੁਰੂ ਨਾਨਕ ਸਾਹਿਬ ਦੇ ਸੋ ਜਨਮ ਪੱਤਰੀ ਹੈ, ਇਹ ਮੈਨੂੰ ਜਰਾ ਸੁਣਾ, ਕੀ ਕੀ ਲਿਖਿਆ ਇਹਦੇ ਵਿੱਚ। ਕਰ ਮਹਲੇ ਪਤਰਿਕਾ ਬਾਚੀ। ਆਪਣੇ ਹੱਥ ਵਿੱਚ ਲੈ ਕਰਕੇ ਉਸ ਵਕਤ ਭਾਈ ਪੈੜਾ ਮੋਖਾ ਨੇ ਇਹ ਪੱਤਰਕਾ ਨੂੰ ਬਾਚਿਆ। ਜਨ ਬਾਨੀ ਰਸਨਾ ਪਰ ਨਾਚੀ। ਮਹਾਰਾਜ ਦੀ ਕਿਰਪਾ ਨਾਲ ਮਨ ਨੂੰ ਬਾਨੀ ਹੁੰਦੀ, ਸਰਸਤੀ ਮਨ ਉਹਦੀ ਰਸਨਾ ਤੇ ਨੱਚ ਪਈ। ਸਰਸਤੀ ਨੇ ਉਹਨੂੰ ਸੋਝੀ ਪਾਤੀ, ਗੁਰੂ ਅੰਗਦ ਦੇਵ ਜੀ ਕਿਰਪਾ ਹੋ ਗਈ। ਸੁਣ ਕਰ ਖੁਸ਼ੀ ਕਰੀ ਤਹਿ ਸਿੱਖ ਪਰ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਰੀ ਸੁਣੀ ਨਾ, ਉਸ ਸਿੱਖ ਦੇ ਉੱਤੇ ਉਸ ਵਕਤ ਖੁਸ਼ੀ ਕੀਤੀ ਬਹੁਤ। ਗੁਰਮੁਖੀ ਲਿਖੀਏ ਇਹ ਅੱਖਰ। ਇਹ ਭਾਈ ਇਉਂ ਕਰੋ, ਮੈਨੂੰ ਤਾਂ ਸੁਣਾਤੀ ਇਹ ਸਾਰੀ ਜਨਮ ਪੱਤਰੀ, ਗੁਰਮੁਖੀ ਅੱਖਰਾਂ ਵਿੱਚ ਲਿਖ ਦਿਓ ਹੁਣ। ਕਹਿ ਕਰ ਕਾਗਰ ਲੀਨ ਮੰਗਾ। ਕਹਿ ਕਰਕੇ ਉਸ ਵਕਤ ਕਾਗਜ਼ ਮੰਗਵਾ ਲਏ। ਸ੍ਰੀ ਅੰਗਦ ਸਭ ਹੀ ਲਿਖਵਾਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਸਾਰੀ ਲਿਖਵਾ ਦਿੱਤੀ। ਆਸਨ ਡਾਰ ਅਸੀਨਹਿ ਦਿਆਲਾ। ਆਸਨ ਆਪਣਾ ਵਿਛਵਾ ਕਰਕੇ ਉਸ ਵਕਤ ਸਤਿਗੁਰੂ ਜੀ ਸਜੇ ਰਹੇ, ਸੁਣਦੇ ਰਹੇ। ਆਨ ਸੁਨਹਿ ਤਹਿ ਸਿੱਖ ਵਿਸਾਲਾ। ਉਸ ਵਕਤ ਬਹੁਤ ਸਾਰੇ ਗੁਰਸਿੱਖ ਵੀ ਆ ਕਰਕੇ ਸੁਣਦੇ ਹਨ। ਇੱਕ ਬੁੱਢਾ ਜੋ ਹੈ ਤਤ ਵੇਤਾ। ਇੱਕ ਬਾਬਾ ਬੁੱਢਾ ਜੀ ਜੋ ਤਤ ਵੇਤਾ ਬ੍ਰਹਮ ਗਿਆਨੀ ਮਹਾਪੁਰਖ ਕਾਰਕ ਮਹਾਪੁਰਸ਼ ਬ੍ਰਹਮ ਗਿਆਨੀ ਹੁੰਦੇ ਨੇ। ਭਗਤ ਨੇ ਜਿਹੜੇ, ਜਿਵੇਂ ਆਰਤ ਭਗਤ ਦੁਖੀ ਹੋ ਕੇ ਭਗਤੀ ਕਰਨੀ, ਸੋ ਇਸੇ ਪ੍ਰਕਾਰ ਜਿਵੇਂ ਪ੍ਰਹਿਲਾਦ ਜੀ ਨੇ ਕੀਤੀ। ਅਰਥਾਰਥੀ ਭਗਤ ਹੁੰਦੇ, ਜਿਵੇਂ ਮਤਲਬ ਨੂੰ ਭਗਤੀ ਕੀਤੀ ਧਰੂ ਜੀ ਨੇ। ਇੱਕ ਹੁੰਦੇ ਆਨੰਦ ਭਗਤ, ਜਿਵੇਂ ਭਗਤ ਨਾਮਦੇਵ ਜੀ ਹੋਏ ਨੇ। ਚੌਥੇ ਭਗਤ ਨੇ ਗਿਆਨੀ ਬ੍ਰਹਮ ਗਿਆਨੀ, ਇਹ ਬਾਬਾ ਬੁੱਢਾ ਜੀ ਹਨ। ਚੌਥੇ ਪ੍ਰਕਾਰ ਦੇ ਸ਼੍ਰੋਮਣੀ ਭਗਤ। ਮੋਹ ਆਦ ਜੋਧਾ ਅਰ ਅਤ ਜੇਤਾ। ਜਿਨ੍ਹਾਂ ਨੇ ਮੋਹ ਨੂੰ ਜਿੱਤ ਲਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿਨ੍ਹਾਂ ਜਿੱਤ ਲਿਆ ਨਾ, ਉਹਨੂੰ ਤਤ ਵੇਤਾ ਕਹਿੰਦੇ ਹਨ। ਜਿਨ੍ਹਾਂ ਦੇ ਨੇੜੇ ਹੀ ਨਹੀਂ ਇਹ ਵਿਸ਼ੇ ਆਉਂਦੇ। ਬਚਨ ਪਾਏ ਗੁਰ ਜੋ ਸਿਸ ਬੈਸਾ। ਸੋ ਉਸ ਵਕਤ ਜੋ ਬਚਨ ਪਾ ਕਰਕੇ ਛੋਟੀ ਉਮਰ ਤੋਂ ਹੀ, ਬਾਲ ਉਮਰ ਤੋਂ ਭਇਓ ਪਰਮ ਬ੍ਰਿਧਨ ਤਨ ਜੈਸਾ। ਉਹਨਾਂ ਦਾ ਸਰੀਰ ਬੁੱਢਿਆਂ ਜੈਸਾ ਹੋ ਗਿਆ। ਜਦੋਂ ਘਰੋਂ ਦੁੱਧ ਲੈ ਕੇ ਆਏ, ਘਰ ਦੇ ਲੱਭਦੇ ਉੱਥੇ ਆਏ, ਕਹਿੰਦੇ ਇੱਥੇ ਸਾਡਾ ਬੱਚਾ ਸੀ, ਕਹਿੰਦੇ ਆ ਇੱਕ ਬੁੜਾ ਬੈਠਾ। ਮਹਾਰਾਜ ਤੋਂ ਵੀ ਅਕਲ ਨੂੰ ਦੇਖ ਕੇ ਕਿਹਾ, ਉਹ ਦੇਖਣ ਨੂੰ ਬੁੜਾ ਲੱਗੇ। ਉਸ ਵਕਤ ਘਰਦਿਆਂ ਨੂੰ, ਘਰ ਦੇ ਲੱਭ ਕੇ ਮੁੜ ਗਏ। ਤੇ ਇਸ ਕਰਕੇ ਉਦੋਂ ਤਾਂ ਕੌਤਕੀ ਐਸਾ ਵਰਤਾਤਾ ਮਹਾਰਾਜ ਜੀ ਨੇ। ਉੱਥੋਂ ਨਾਮ ਬਾਬਾ ਸਬੂੜਾ ਤੋਂ ਬਾਬਾ ਬੁੱਢਾ ਜੀ ਨਾਮ ਪੈ ਗਿਆ। ਖਟ ਪਾਤਸ਼ਾਹੀ ਰਹਿਓ ਹਦੂਰਾ। 6 ਸਰੂਪਾਂ ਦੀ ਹਜ਼ੂਰੀ 'ਚ ਰਹੇ ਬਾਬਾ ਬੁੱਢਾ ਜੀ। ਤੇ 7ਵਾਂ ਸਰੂਪ ਸੀ 9ਵੇਂ ਪਾਤਸ਼ਾਹ ਦੇ ਦਰਸ਼ਨ, 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਹੋਣ ਕਰਕੇ ਕੀਤੇ। 8ਵਾਂ ਜੋ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਆਪ ਨੇ ਕੀਤਾ। ਇਸ ਕਰਕੇ
8 ਸਰੂਪਾਂ ਦੇ ਜਿਹੜੇ ਦਰਸ਼ਨ ਸੀ ਉਹ ਬਾਬਾ ਜੀ ਨੇ ਕੀਤੇ। ਨਿਪੁਨ ਸੇਵ ਮਹਿ ਬਚਨ ਨਾ ਪੂਰਾ। ਸੋ ਨਿਪੁੰਨ ਸੀ ਸੇਵਾ ਦੇ ਵਿੱਚ, ਬਚਨ ਦੇ ਪੂਰੇ ਮਹਾਬਲੀ ਯੋਧੇ। ਸੋ ਸਰੋਤਾ ਬੈਸਿਓ ਮਤ ਧੀਰਾ। ਉਹ ਮਤ ਦਾ ਧੀਰ ਜਵਾਨ ਸਰੋਤਾ। ਬਾਬਾ ਬੁੱਢਾ ਜੀ ਸਰੋਤਿਆਂ 'ਚ ਬੈਠ ਕੇ ਸ਼ਰਵਣ ਕਰਦੇ ਨੇ, ਨਾਲੇ ਅੱਖਾਂ 'ਚੋਂ ਜਲ ਜਾਂਦਾ ਹੈ, ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਨੇ। ਸੁਣਨ ਕਥਾ ਜੋ ਹਰਹਿ ਭਵ ਪੀਰਾ। ਇਹੀ ਜੀ ਕਥਾ ਜਿਹੜੀ ਇਹ ਸੰਸਾਰ ਸਾਗਰ ਦੀ ਪੀੜਾ ਨੂੰ ਦੂਰ ਕਰਦੀ ਹੈ। ਅਮਰਦਾਸ ਤੇਜੋ ਕੇ ਨੰਦਨ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਤੇਜ ਭਾਨ ਜੀ ਦੇ ਸਾਹਿਬਜ਼ਾਦੇ। ਸੋ ਇਹ ਵੀ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਸਜੇ। ਸੇਵੇ ਜਨ ਅੰਗਦ ਦੁਖ ਕੰਦਨ। ਸੋ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਬਹੁਤ ਜ਼ਿਆਦਾ ਕੀਤੀ। ਗੁਰਤਾ ਪਾਏ ਜਨ ਪਛਾਤੀ। ਜਿਨ੍ਹਾਂ ਨੇ ਬਾਅਦ ਦੇ ਵਿੱਚ ਗੁਰਤਾ ਗੱਦੀ ਦੀ ਪ੍ਰਾਪਤੀ ਕੀਤੀ। ਸੰਤ ਭਇਓ ਸੋ ਕਥਾ ਸੁਹਾਤੀ। ਉਹ ਵੀ ਇਹ ਸੁਹਾਤੀ ਸੋਭਨੀ ਕਥਾ ਨੂੰ ਸ਼ਰਵਣ ਕਰਦੇ ਕੋਲ ਬੈਠ ਕੇ। ਗੁਰੂ ਅਮਰਦਾਸ ਜੀ ਨੇ ਵੀ ਗੁਰੂ ਨਾਨਕ ਸਾਹਿਬ ਦੀ ਕਥਾ ਸੁਣੀ ਏ। ਪਨ ਗੁਰਮੁਖ ਇੱਕ ਜੀਵਾ ਭਾਈ। ਫਿਰ ਇੱਕ ਗੁਰਮੁਖ ਸੀ, ਇੱਕ ਭਾਈ, ਇਹ ਜੀਵਾ ਇਹਦਾ ਨਾਮ ਸੀ, ਬੜਾ ਗੁਰਮੁਖ ਪਿਆਰਾ। ਇਹ ਮਹਾਰਾਜ ਸੱਚੇ ਪਾਤਸ਼ਾਹ ਪਿਆਰਿਆਂ ਦੀ ਕਥਾ ਅੱਗੇ ਚੱਲ ਕੇ ਆਉਂਦੀ ਹੈ। ਮਨ ਬਚ ਕਰਮ ਜਨ ਸੇਵ ਕਮਾਈ। ਜਿਨ੍ਹਾਂ ਨੇ ਮਨ ਕਰਕੇ, ਬਚਨ ਕਰਕੇ, ਸਰੀਰ ਕਰਕੇ ਸੇਵਾ ਕਮਾਈ। ਸ੍ਰੀ ਅੰਗਦ ਹਿਤ ਭੋਜਨ ਤਿਆਰੀ। ਇਹ ਭਾਈ ਜੀਵਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਲਈ ਭੋਜਨ ਲਿਆਇਆ ਕਰਦੇ ਸੀ ਬਣਾ ਕੇ। ਕਰਤ ਪ੍ਰੀਤ ਸੋ ਰਚਰ ਸਵਾਰੀ। ਸਵਾਦਲੇ ਚੰਗੇ ਚੰਗੇ ਸਵਾਰ ਕੇ ਗੁਰੂ ਸਾਹਿਬ ਲਈ ਭੋਜਨ ਬਣਾ ਕੇ ਲਿਆਇਆ ਕਰਦੇ ਸਨ। ਪਾਰੋ ਜਲ ਕਾ ਪੁਨ ਸੁਖ ਏਕੋ। ਇੱਕ ਭਾਈ ਪਾਰੋ ਜੁਲਕਾ ਜਿਹੜਾ ਸੀਗਾ, ਇਸ ਤਰੀਕੇ ਨਾਲ ਇਹਨਾਂ ਦਾ ਗੋਤ ਸੀ। ਭਾਈ ਪਾਰੋ ਪਰਮਹੰਸ ਬ੍ਰਹਮ ਗਿਆਨੀ ਤੀਜੇ ਪਾਤਸ਼ਾਹ ਵੇਲੇ ਹੋਏ ਨੇ। ਤੀਜੇ ਪਾਤਸ਼ਾਹ ਵੇਲੇ ਸਰੀਰ ਛੱਡਿਆ ਸੀ। ਸੋ ਇਹਨਾਂ ਦਾ ਪਿੰਡ ਸੁਲਤਾਨਪੁਰ ਸਾਹਿਬ ਕੋਲ ਡੱਲਾ ਨਗਰ, ਜਿੱਥੋਂ ਆਪਣੇ ਢਾਡੀ ਸਿੰਘ ਆਏ ਹੋਏ ਹਨ। ਪਰਮਹੰਸ ਕੋ ਜਾਸ ਵਿਵੇਕੂ। ਸੋ ਇਸ ਤਰੀਕੇ ਨਾਲ ਪਰਮਹੰਸ ਕੋ ਜਾਸ ਵਿਵੇਕੂ, ਜਿਨ੍ਹਾਂ ਦੇ ਅੰਦਰ ਪਰਮਹੰਸ ਵਾਲਾ ਗਿਆਨ ਸੀ, ਬਹੁਤ ਜ਼ਿਆਦਾ ਵੱਡੀ ਅਵਸਥਾ ਹੁੰਦੀ ਹੈ। ਤਜਨ ਆਸਰੰ ਸਾਰ ਗਹਿਤੀ। ਸੋ ਇਸ ਕਰਕੇ ਉਹਨਾਂ ਨੇ ਜਿਹੜਾ ਸੀ ਨਾ ਅਸਾਰ ਚੀਜ਼ ਨੂੰ ਇਹਨੂੰ ਛੱਡ ਦਿੱਤਾ, ਫੋਗਟ ਨੂੰ ਛੱਡ ਕੇ ਤਤ ਨੂੰ ਗ੍ਰਹਿਣ ਕਰਨ ਵਾਲੇ ਭਾਈ। ਮੈਂ ਆਪਕੀ ਜਿਉ ਹੰਸਨ ਰੀਤੀ। ਸੋ ਜਿਵੇਂ ਦੁੱਧ ਦੀ ਰੀਤੀ ਹੁੰਦੀ, ਹੰਸ ਦੁੱਧ ਪੀਂਦਾ, ਪੀਂਦਿਆਂ ਸਾਰ ਦੁੱਧ ਫਟ ਜਾਂਦਾ, ਉਹਦੀ ਚੁੰਝ ਵਿੱਚ ਖਟਿਆਸ ਹੋਣ ਕਰਕੇ ਪਾਣੀ ਬਾਹਰ ਨਿਕਲ ਜਾਂਦਾ, ਜਿਵੇਂ ਪਨੀਰ ਖਾ ਲੈਂਦਾ ਹੰਸ। ਇਸ ਤਰ੍ਹਾਂ ਦੀ ਰੀਤੀ ਬ੍ਰਹਮ ਗਿਆਨੀ ਤਤਵਵੇਤਾ ਦੀ ਹੁੰਦੀ ਹੈ। ਦੁਨੀਆ ਨੂੰ ਗ੍ਰਹਿਣ ਨਹੀਂ ਕਰਦੇ। ਦੁਨੀਆ ਦੇ ਵਿੱਚ ਜੋ ਵਸਿਆ ਹੋਇਆ ਹੈ, ਉਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਇਹ ਸਿਰਫ ਉਹਨੂੰ ਹੀ ਦੇਖਦੇ ਨੇ। ਇਹ ਨਹੀਂ ਦੇਖਦੇ ਕੌਣ ਆ ਆਪਣਾ, ਮੇਰਾ ਤੇਰਾ ਬਗਾਨਾ। ਸਿਰਫ ਵਾਹਿਗੁਰੂ ਹੈ ਸਾਰਿਆਂ ਵਿੱਚ, ਉਹਨਾਂ ਨੂੰ ਇੰਨਾ ਹੀ ਦਿਖਦਾ ਹੈ। ਸੈਨ ਸਰਸ ਇੱਕ ਧੀਆਂ ਨਾਈ। ਸੋ ਇਸ ਤਰੀਕੇ ਨਾਲ ਰੱਬ ਦੇ ਪਿਆਰੇ ਕਿਤਨੇ ਕਿਤਨੇ ਆਏ ਹਨ। ਇਹ ਜਿਹੜੇ ਪਿਆਰੇ ਹਨ, ਇਹਨਾਂ ਦੇ ਵਿੱਚ ਹੁਣ ਸੈਨ ਸਰਸ, ਸੈਨ ਵਰਗਾ ਇੱਕ ਧੀਆਂ ਨਾਈ, ਸੈਨ ਜੀ ਵਰਗਾ ਇੱਕ ਧੀਆਂ ਜੋ ਸੀ ਨਾ, ਜਿਨ੍ਹਾਂ ਦੇ ਕਾਰਜ ਕਰਕੇ ਨਾਂ ਪੈ ਜਾਂਦਾ। ਨਾਈ ਦਾ ਕਾਰਜ ਕਰਦਾ, ਫਿਰ ਪਰ ਮਹਾਰਾਜ ਨਾਲ ਮਿਲ ਕੇ ਛੱਡ ਵੀ ਜਾਂਦੇ ਸਾਰੇ ਕੰਮ। ਸੈਣ ਭਗਤ ਜੀ ਵਰਗੇ ਸੋਹਣੇ, ਜਨ ਸਿੱਖੇ ਕੀ ਰੀਤ ਕਮਾਈ। ਜਿਨ੍ਹਾਂ ਭਾਈ ਧੀਆਂ ਜੀ ਨੇ ਸਿੱਖੀ ਦੀ ਰੀਤੀ ਨੂੰ ਬੜੇ ਢੰਗ ਨਾਲ ਕਮਾਇਆ। ਪਾ ਮੁਰੀਦ ਮੁਰਦੇ ਕੀ ਨਿਆਈ। ਸੋ ਮਰੀਦ ਬਣ ਗਿਆ ਮੁਰਦੇ ਵਾਂਗੂ। ਮੁਰਦੇ ਨੂੰ ਜੇ ਚੱਕ ਕੇ ਬਾਹ ਇੱਧਰ ਹਿਲਾ ਦੋ ਉੱਥੇ ਹੀ ਰੱਖ ਲੈਂਦਾ, ਜੇ ਲੱਤ ਹਿਲਾ ਦੋ ਉੱਥੇ। ਕਿਉਂ? ਇਉਂ ਗੁਰਸਿੱਖ ਹੁੰਦਾ। ਜੇ ਗੁਰੂ ਨੇ ਕਹਿਤਾ ਇੱਥੇ ਖੜਾ ਰਹਿ, ਖੜ ਗਿਆ, ਬਹਿ ਜਾ ਬਹਿ ਗਿਆ, ਪੈ ਗਿਆ, ਖਾ ਲਾ। ਇਹ ਹੁੰਦੀ ਗੁਰਸਿੱਖੀ। ਇਹ ਨਹੀਂ ਕਿ ਲੈ ਕਿਰਪਾਨ ਦੀ ਕੀ ਲੋੜ ਆ, ਅੰਮ੍ਰਿਤ ਦੀ ਕੀ ਲੋੜ ਆ, ਬਾਣੀ ਦੀ ਕੀ ਲੋੜ ਆ। ਜਿਹੜਾ ਐਂ ਬੋਲਦਾ ਮੂਹਰੇ, ਉਹ ਨਹੀਂ ਸਿੱਖ ਬਣ ਸਕਦਾ। ਇਹ ਜਿਹਨਾਂ ਮਹਾਰਾਜ ਦੇ ਬਚਨ ਨੂੰ ਸਤ ਬਚਨ ਕਹਿ ਕੇ ਬਸ ਮੰਨ ਲਿਆ। ਚੜ ਜਾ ਬਾਬਾ ਕਿੱਕਰ ਤੇ। ਬਾਬਾ ਲਹਿਣਾ ਜੀ ਨੂੰ ਕਹਿਣ ਲੱਗੇ ਹਿਲਾ ਦੇ ਕਿੱਕਰ। ਬਾਬਾ ਸ਼੍ਰੀ ਚੰਦ ਨੂੰ ਕਿਹਾ, ਉਹ ਕਹਿੰਦਾ ਇੱਥੋਂ ਕਿਤੇ ਮਠਿਆਈ ਝੜਨ ਲੱਗੀ ਆ। ਹੁਣ ਵੀ ਲੋਕ ਕਹਿੰਦੇ ਝੜੀ ਨਹੀਂ ਮਠਿਆਈ, ਉਹ ਫਿਰ ਰੋਗੇ ਸੀ। ਇੱਕ ਜਪਜੀ ਸਾਹਿਬ ਕਰਨਾ ਨਹੀਂ, ਮੂਲ ਮੰਤਰ ਦੀ ਇੱਕ ਮਾਲਾ ਨਹੀਂ ਕਰਨੀ, ਤੇ ਗੱਲਾਂ ਮਾਰਦੇ ਏਡੀਆਂ। ਤੇ ਆਪਾਂ ਹੁਣ ਕਹਿ ਨਹੀਂ ਸਕਦੇ। ਰੱਬ ਦੇ ਪਿਆਰੇ ਤਾਂ ਹੁਣ ਵੀ ਐਸੇ ਬੈਠੇ ਨੇ, ਜੇ ਚਾਹੋ ਕਿੱਕਰ ਤੋਂ ਹੁਣ ਗੁਰੂ ਕੇ ਸਿੱਖ ਝਾੜ ਸਕਦੇ ਮਠਿਆਈ। ਇਹ ਤਾਂ ਗੁਰੂ ਨਾਨਕ ਸਾਹਿਬ ਆਪ ਨੇ ਨਾ, ਉਹ ਜਦ 84 ਲੱਖ ਜੂਨ ਨੂੰ ਰੋਟੀ ਦੇ ਸਕਦੇ, ਕਿੱਕਰ ਤੋਂ ਮਠਿਆਈ ਨਹੀਂ ਝਾੜ ਸਕਦੇ। ਇਸ ਕਰਕੇ ਲੋਕਾਂ ਦੇ ਮਨੋਬਲ ਨੂੰ ਸਿੱਟਣ ਲਈ ਤਰ੍ਹਾਂ ਦੀਆਂ ਗੱਲਾਂ ਬਣਾ ਕੇ, ਖੁਸ਼ਕੀ ਵਾਲੀਆਂ ਗੱਲਾਂ, ਭਗਤੀ ਤੋਂ ਹੀਣੀਆਂ ਗੱਲਾਂ। ਕਿਹੜੀ ਗੱਲ ਔਖੀ ਹੈ? ਹੁਣ ਵੀ ਕਿਹੜੀ ਗੱਲ ਔਖੀ ਹੈ? ਕੋਈ ਗੱਲ ਵੀ ਨਹੀਂ ਔਖੀ।
ਸਾਰਾ ਕੁਝ ਹੋ ਸਕਦਾ ਹੈ, ਪਰ ਰੱਬ ਦੇ ਪਿਆਰੇ ਪਤਾ ਕੀ ਤੋਂ ਡਰਦੇ? ਰੱਬ ਤੋਂ ਹੀ। ਕਹਿੰਦੇ ਮੈਂ ਇਹ ਨਾ ਹੋਵੇ ਕੁਝ ਦਿਖਾ ਦਿਆਂ ਦੁਨੀਆ ਨੂੰ, ਮਾੜਾ ਦੁਨੀਆ ਮੈਨੂੰ ਨਹੀਂ ਕਹੂਗੀ ਲੈ ਵੀ ਇਹ ਮਹਾਰਾਜ ਤੋਂ ਵੱਡਾ। ਲੋਕੀ ਫਿਰ ਮਹਾਰਾਜ ਹਜ਼ੂਰੀ 'ਚ ਮੱਥਾ ਟੇਕਣ ਲੱਗਦੇ ਉਹਨੂੰ। ਇਸ ਕਰਕੇ ਰੱਬ ਦੇ ਪਿਆਰੇ ਕੋਈ ਚੀਜ਼ ਦਿਖਾਉਂਦੇ ਨਹੀਂ ਹੈ ਸਾਰਾ ਕੁਝ ਜੋ ਹੋਇਆ ਸੋ ਹੋਇਆ। ਇਹ ਨਹੀਂ ਕਿ ਮਹਾਰਾਜ ਨੇ ਮੱਕਾ ਨਹੀਂ ਘੁਮਾਇਆ, ਕਈ ਕਹਿੰਦੇ ਮੱਕਾ ਨਹੀਂ ਘੁਮਾਇਆ, ਉਹ ਮਹਾਰਾਜ ਨੇ ਮਨ ਘੁਮਾਏ ਸੀ। ਜਿਵੇਂ ਬਿਸਤਰੇ 'ਚ ਨਹੀਂ 10 ਵਜੇ ਤੱਕ ਉੱਠਣਾ, ਨਹਾਉਣਾ ਨਹੀਂਗਾ, ਧੋਣਾ ਨਹੀਂਗਾ, ਉਹਨੇ ਪੁਸਤਕਾਂ ਲਿਖਤੀਆਂ ਕੱਢ ਮਾਰੀਆਂ, ਗੁਰਸਿੱਖੀ ਦੀ ਅੰਮ੍ਰਿਤ ਨਹੀਂ ਛਕਿਆ, ਉਹ ਤਾਂ ਇਹੀ ਲਿਖੂ ਜਿਹੜਾ 10 ਵਜੇ ਸਵੇਰੇ ਉੱਠਦਾ। ਜਿਹਨੇ ਤੜਕੇ 2 ਵਜੇ ਉੱਠ ਕੇ ਰਾਤ ਨੂੰ 12 ਵਜੇ ਉੱਠ ਕੇ ਸਿਮਰਨ ਕਰਨਾ, ਭਗਤੀ ਕਰਨੀ ਹੈ, ਉਹਨੂੰ ਤਾਂ ਵਿਸ਼ਵਾਸ ਹੋ ਜਾਂਦਾ। ਜਿਹਦੀ ਆਪਣੀ ਕੋਈ ਅਵਸਥਾ ਹੀ ਨਹੀਂ, ਜਿਹੜਾ ਵਿਚਾਰਾ ਤਮੋ ਗੁਣੀ ਹੈ। ਆ ਇੱਕ ਹੁੰਦਾ ਸੀਗਾ ਕੋਈ ਲਿਖਾਰੀ ਜਿਹਾ, ਇੱਕ ਵਾਰ ਉਹਨੂੰ ਮਿਲਣ ਚਲੇ ਗਏ ਤੇ ਕਹਿੰਦਾ ਮੈਂ ਸਿੱਖੀ ਦੀ ਆਹ ਲਿਖਿਆ ਤੇ ਗੱਲਾਂ ਕਰਦਾ ਕਰਦਾ ਕੋਈ ਬੰਦਾ ਮਿਲਣ ਗਿਆ ਸੀ। ਕਹਿੰਦਾ ਜੀ ਉਹ ਲਿਖਾਰੀ ਨੂੰ ਮਿਲਣ ਜਾ ਰਿਹਾ, ਉੱਥੇ ਠਹਿਰਿਆ ਭਾਸ਼ਾ ਭਾਗ ਪਟਿਆਲੇ ਕਮਰੇ 'ਚ ਆ ਕੇ ਕਹਿੰਦਾ ਬੰਦਾ ਤਾਂ ਨਿਕੰਮਾ ਹੀ ਆ। ਮੈਂ ਕਿਉਂ ਹੈ? ਤੇ ਕਹਿੰਦਾ ਚਲੋ ਹੋਰ ਜਾਤੀ ਨਾਲ ਸੰਬੰਧਤ ਹੈ, ਹੋਰ ਧਰਮ ਦਾ, ਲਿਖਦਾ ਗੁਰੂ ਸਾਹਿਬ ਦੀਆਂ ਕਿਰਤਾਂ। ਕਹਿੰਦਾ ਉਹਦੇ ਕਮਰੇ 'ਚ ਸਿਗਰਟਾਂ ਦਾ ਮੁਸ਼ਕ, ਸ਼ਰਾਬ ਰੱਖੀ ਹੋਈ ਕੋਲੇ। ਕਹਿੰਦਾ ਮੈਂ ਕਿਹਾ ਆ ਕੇ ਰੱਖਿਆ? ਨਾਲੇ ਤਾਂ ਗੁਰੂ ਸਾਹਿਬ ਦੀ ਕਿਰਤ ਲਿਖਦਾ, ਗੁਰੂ ਸਾਹਿਬ ਦੇ ਜੀਵਨ ਬਾਰੇ ਇੰਨੀਆਂ ਤੇਰੀਆਂ ਅਖਬਾਰ 'ਚ ਆਉਂਦੀਆਂ, ਇੰਨੀਆਂ ਤੂੰ ਲਿਖੀਆਂ ਹੋਈਆਂ। ਉਹ ਕਹਿੰਦਾ ਸ਼ਰਾਬ ਪੀਤੇ ਬਿਨਾਂ ਮੈਨੂੰ ਉਹ ਫੁਰਦਾ ਹੀ ਨਹੀਂ ਕੁਛ। ਇਹੋ ਜਿਹੇ ਤਾਂ ਲਿਖਾਰੀ ਨੇ ਅੱਜ ਕੱਲ, ਨਸ਼ੇ ਖਾ ਕੇ ਗੁਰੂ ਬਾਰੇ ਕੀ ਲਿਖਣਾ ਹੈ। ਇਸ ਕਰਕੇ ਜਿਹੜੇ ਲੋਕ ਨੇ ਇਹਨਾਂ ਦੇ ਉੱਤੇ ਜਿੱਥੋਂ ਇੱਕ ਸਾਡੀ ਕੌਮ ਦੇ ਜ਼ਿਆਦਾ ਇਸ ਗੱਲੋਂ ਕੰਮ ਖਰਾਬ ਹੈ ਵੀ ਜਿੱਥੋਂ ਸੁਣ ਲਿਆ ਉੱਥੇ ਹੀ ਮੰਨ ਲਿਆ। ਗੁਰੂ ਗ੍ਰੰਥ ਸਾਹਿਬ ਜਿਹੜੀ ਬਾਣੀ ਲਿਖੀ ਆ ਨਾ, ਇਹਨੂੰ ਤਾਂ ਘੱਟ ਹੀ ਮੰਨਦੇ, ਤੇ ਜਿਹੜੀ ਅਖਬਾਰ 'ਚ ਕੋਈ ਗੱਲ ਆ ਜੇ ਨਾ ਉਹਨੂੰ ਮੱਥਾ ਟੇਕੇ ਜਾਣਗੇ। ਅਖਬਾਰ 'ਚ ਆ ਲਿਖਿਆ ਹੋਇਆ, ਪ੍ਰੈਕਟੀਕਲ ਆਪਣਾ ਕਰਿਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਵਿੱਚ ਜੋ ਲਿਖਿਆ ਗੁਰਬਾਣੀ ਅੰਦਰ ਸਭ ਕੁਝ ਹੋ ਸਕਦਾ ਹੈ। ਜਦ ਐਡੀ ਵੱਡੀ ਧਰਤੀ ਘੁੰਮ ਸਕਦੀ ਸੂਰਜ ਦੇ ਦੁਆਲੇ, ਮੱਕਾ ਘੁਮਾਉਣਾ ਔਖਾ ਗੁਰੂ ਨਾਨਕ ਸਾਹਿਬ ਨੂੰ? ਸਾਰਾ ਬ੍ਰਹਿਮੰਡ ਘੁੰਮ ਰਿਹਾ। ਮਹਾਰਾਜ ਕੋ ਕਰੋੜੀ ਚਲਤਨਾਂਤ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਹੈਗੇ। ਇਸ ਕਰਕੇ ਜਿਹੜਾ ਇੰਨਾ ਕੁਝ ਘੁੰਮ ਸਕਦਾ, ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ, ਸੂਰਜ ਦੁਆਲੇ ਘੁੰਮਦੀ ਹੈ, ਚੰਦਰਮਾ ਇਹਦੇ ਦੁਆਲੇ ਘੁੰਮੀ ਜਾਂਦਾ ਹੈ। ਸਾਇੰਸ ਨੇ ਸਾਰਾ ਕੁਝ ਸਿੱਧ ਕਰਤਾ। ਫਿਰ ਛੋਟੀਆਂ ਛੋਟੀਆਂ ਚੀਜ਼ਾਂ ਨਿਰੰਕਾਰ ਨੂੰ ਘੁਮਾਉਣੀਆਂ ਕੀ ਔਖੀਆਂ ਹਨ। ਗੁਰੂ ਗੌਰ ਮਹਿਕੀਨ ਸਮਾਈ, ਗੁਰੂ ਰੂਪੀ ਗੌਰ ਦੇ ਵਿੱਚ ਸਮਾਈ ਕੀਤੀ ਮੁਰਦਾ ਬਣ ਕੇ। ਭਾਵ ਜੋ ਗੁਰੂ ਨੇ ਕਹਿਤਾ ਉਹੀ ਮੰਨਿਆ ਗੁਰਸਿੱਖਾਂ ਨੇ। ਇਤਿਆਦਿਕ ਜੋ ਸੇਵਕ ਪ੍ਰੇਮੀ, ਇਤਿਆਦਿਕ ਜੋ ਪ੍ਰੇਮੀ ਸੇਵਕ ਹਨ ਮਹਾਰਾਜ ਦੇ। ਇਹ ਕਥਾ ਸੁਣਨੇ ਕੇ ਨੇਮੀ, ਉਹ ਗੁਰੂ ਨਾਨਕ ਸਾਹਿਬ ਦੀ ਕਥਾ ਨੂੰ ਸੁਣਨੇ ਦੇ ਨੇਮੀ ਬਣ ਗਏ। ਜਿਹੜੀ ਕਥਾ ਆਪਾਂ ਹੁਣ ਸੁਣ ਰਹੇ ਹਾਂ ਨਾ, ਇਹ ਕਥਾ ਗੁਰੂ ਅੰਗਦ ਦੇਵ ਮਹਾਰਾਜ ਨੇ ਸੁਣੀ, ਭਾਈ ਬਾਲਾ ਜੀ ਨੇ ਸੁਣਾਈ, ਬਾਬਾ ਬੁੱਢਾ ਜੀ ਨੇ ਸੁਣੀ। ਇਹ ਕਥਾ ਗੁਰੂ ਅਮਰਦਾਸ ਜੀ ਨੇ ਸੁਣੀ। ਇਹ ਕਥਾ ਗੁਰੂ ਰਾਮਦਾਸ ਵੇਲੇ ਗੁਰਸਿੱਖਾਂ ਨੇ ਸੁਣੀ। 10ਵੇਂ ਪਾਤਸ਼ਾਹ ਨੇ ਸਾਰੀ ਸੁਣੀ ਤੇ ਅੱਗੇ ਸਾਰੇ ਮਹਾਂਪੁਰਸ਼ਾਂ ਨੇ ਸੁਣੀ। ਇਸੇ ਕਥਾ ਚੋਂ ਹੀ ਸਾਰਾ ਕੁਝ ਮਿਲਦਾ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ। ਅਪਰ ਮਨ ਜੇ ਆਵਹਿ ਕਰ ਹੇਤੂ, ਹੋਰ ਬਹੁਤ ਸਾਰੇ ਮਨੁੱਖ ਜਿਹੜੇ ਨੇ ਰੱਬ ਦੇ ਪ੍ਰੇਮੀ ਬਹੁਤ ਪਿਆਰ ਕਰਕੇ ਆਉਂਦੇ ਹਨ। ਸੁਨਹਿ ਕਥਾ ਬੇਦੀ ਕੁਲ ਕੇਤੂ, ਬੇਦੀਆਂ ਦੀ ਕੋਲ ਦੇ ਨਿਸ਼ਾਨ ਰੂਪ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਕਥਾ ਸੁਣਦੇ ਨੇ ਸਾਰੇ ਪ੍ਰੇਮ ਨਾਲ ਆ ਕੇ। ਦੋਹਰਾ ਬਾਲਾ ਕਰਤੇ ਉਚਾਰ ਮੁਖ, ਪੈੜੇ ਲਿਖੀ ਸੁਧਾਰ। ਹੁਣ ਸਾਰੀ ਉਹ ਜਿਹੜੀ ਸੀ ਜਨਮ ਪੱਤਰੀ ਉਹ ਤਾਂ ਲਿਖ ਲਈ ਨਾ। ਭਾਈ ਬਾਲਾ ਜੀ ਹੁਣ ਅੱਖਾਂ ਬੰਦ ਕਰਕੇ ਬੈਠ ਜਾਂਦੇ ਨੇ, ਸਾਰੀ ਕਥਾ ਸੁਣਾ ਰਹੇ ਨੇ। ਬ੍ਰਹਮ ਗਿਆਨੀ ਸਨ ਭਾਈ ਬਾਲਾ ਜੀ ਵੀ। ਇਹ ਤਾਂ ਇੱਕ ਵਡਿਆਈ ਜਿਹੜੀ ਦੇਣੀ ਸੀ, ਫਿਰ ਨਾਲ ਵੀ ਰਹੇ ਸੀ। ਇਸ ਕਰਕੇ ਭਾਈ ਪੈੜੇ ਨੇ ਉਹ ਸਾਰੀ, ਭਾਈ ਪੈੜੇ ਮੁਖੇ ਨੇ ਕਥਾ ਲਿਖੀ, ਸੁਣਾਈ ਭਾਈ ਬਾਲਾ ਜੀ ਨੇ। ਜਿੰਨੀ ਗੁਰੂ ਨਾਨਕ ਸਾਹਿਬ ਦੀ ਕਥਾ ਹੈ ਇਹ ਸਾਰੀ ਭਾਈ ਬਾਲਾ ਜੀ ਨੇ ਇੱਕ ਇੱਕ ਚੀਜ਼ ਸੁਣਾਈ। ਲਿਖਵਾਈ ਅੰਗਦ ਗੁਰੂ ਜਗ ਕੇ ਕਾਜ ਉਧਾਰ, ਜਗਤ ਦੇ ਉਧਾਰ ਲਈ ਲਿਖਵਾਈ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਸੋ ਸੁਨ ਵਰਣਨ ਕਰਤ ਕਵ, ਛੰਦ ਚੌਪਈ ਬੰਦ। ਉਹ ਸੁਣ ਕਰਕੇ ਕਵੀ ਜੀ ਕਹਿੰਦੇ ਮੈਂ ਵਰਣਨ ਕੀਤੀ ਹੈ ਛੰਦਾਂ ਵਿੱਚ, ਚੌਪਈਆਂ ਉਚਾਰਨ ਕਰਕੇ ਸੋਠੇ ਦੋਹਰੇ ਸਵਈਏ। ਸ੍ਰੀ ਨਾਨਕ ਪਰਮਾਤਮਾ ਬੰਧਨ ਕਰ ਸੁਖ ਕੰਦ। ਕਹਿੰਦੇ ਭਾਈ ਗੁਰੂ ਨਾਨਕ ਦੇਵ ਜੀ ਨੂੰ ਨਾ ਜਾਣਿਓ, ਗੁਰੂ ਨਾਨਕ ਦੇਵ ਜੀ ਆਪ ਪਰਮਾਤਮਾ ਨੇ, ਸਰਗੁਣ ਰੂਪ ਨੇ। ਇਸ ਕਰਕੇ ਬੰਧਨ ਕਰ ਸੁਖ ਕੰਦ, ਉਹ ਸੁੱਖਾਂ ਦੇ ਦੇਣ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਚ ਪੜ ਮੱਥਾ ਟੇਕੋ, ਮੱਥਾ ਨਵਾਓ, ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ।
ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਨਾਮ ਲੈਂਦਿਆਂ ਯਾਦ ਕਰਦਿਆਂ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਹਨ। ਸਾਰੀ ਕਥਾ ਮਹਾਰਾਜ ਨੇ ਬਖਸ਼ਿਸ਼ ਕੀਤੀ। ਦੂਸਰਾ ਅਧਿਆਇ ਸੰਪੂਰਨ ਹੋਇਆ। ਵਾਹਿਗੁਰੂ ਸਾਹਿਬ ਜੀਓ। ਕਬੈਤਾ ਕਉ ਕਬ ਉਪਮਾ ਸੋ ਦੇਤ ਪਾਰ ਜਾਤ ਪਗ। ਕਉ ਕਹੇ ਗੁਰੂ ਪਗ ਕਮਲ ਅਮਲ ਹੈ। ਜੋ ਪਾਰ ਜਾਤ ਨਾ ਚਿਤਨ ਗਤ ਦਾਨ ਨਾਹੀ। ਅਮਲ ਕਮਲ ਰੈਨ ਵਿਖੇ ਮੁਖ ਮਿਲ ਹੈ। ਕਉ ਕਾਵ ਉਪਮਾ ਸੋ ਦੇਤ ਪਾਰ ਜਾਤ ਪਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਚੱਲ ਰਹੇ ਲੜੀਵਾਰ ਪ੍ਰਸੰਗ ਦੇ ਵਿੱਚ ਆਪਾਂ ਨੇ ਸ਼ਰਵਣ ਕੀਤਾ ਹੁਣ ਤੱਕ ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਮਹਾਰਾਜ ਕੋਲ ਸ੍ਰੀ ਖਡੂਰ ਸਾਹਿਬ ਚੱਲ ਕੇ ਆਏ ਨੇ। ਬੜਾ ਪਿਆਰ ਕੀਤਾ ਸਤਿਗੁਰਾਂ ਨੇ। ਬਚਨ ਕੀਤਾ ਕਿ ਭਾਈ ਬਾਲਾ ਜੀ ਆਪ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪਿਆਰੇ ਹੋ, ਉਹਨਾਂ ਨਾਲ ਰਹੇ ਹੋ, ਸੋ ਸਾਨੂੰ ਉਹਨਾਂ ਦੇ ਅਵਤਾਰ ਤੋਂ ਲੈ ਕੇ ਸਾਰੇ ਜ਼ਿੰਦਗੀ ਵਿੱਚ ਜੋ ਉਹਨਾਂ ਨੇ ਕੌਤਕ ਵਰਤਾਏ ਨੇ ਉਹ ਸੁਣਾਓ। ਕਹਿਣ ਲੱਗੇ ਮਹਾਰਾਜ ਉਹਨਾਂ ਦੇ ਅਵਤਾਰ ਸਮੇਂ ਮੈਂ 3 ਸਾਲ ਦਾ ਸੀ। ਇਹ ਸਾਰਾ ਜੋ ਜਨਮ ਪੱਤਰੀ ਬਣਾਈ ਹਰਦਿਆਲ ਪੁਰੋਹਿਤ ਨੇ ਉਹ ਬਾਬਾ ਕਲਿਆਣ ਚੰਦ ਜੀ ਦੇ ਭਰਾਤਾ ਜੀ ਬਾਬਾ ਲਾਲੂ ਚੰਦ ਬਾਬਾ ਲਾਲੂ ਜੀ ਹਨ, ਉਹਨਾਂ ਦੇ ਘਰ ਪਈ। ਇਸ ਤਰ੍ਹਾਂ ਭਾਈ ਲਾਲਾ ਪੰਨੂ ਨਾਮੇ ਗੁਰਸਿੱਖ ਨੂੰ ਭੇਜਿਆ ਨਾਲ। 5ਵੇਂ ਦਿਨ ਜਾ ਕੇ ਪੱਤਰੀ ਲੱਭੀ, ਲੈ ਕੇ ਆਂਦੀ। ਕਹਿੰਦੇ ਹੁਣ ਲਿਖਣ ਵਾਲਾ ਕੋਈ ਲੱਭੋ ਜਿਹੜਾ ਸੰਸਕ੍ਰਿਤ ਪੜ੍ਹ ਕੇ ਗੁਰਮੁਖੀ ਲਿਪੀ 'ਚ ਲਿਖੇ। ਉਹ ਭਾਈ ਪੈੜਾ ਮੋਖਾ ਸੁਲਤਾਨਪੁਰ ਸਾਹਿਬ ਤੋਂ ਨਾਲ ਲੈ ਕੇ ਆਏ। ਉਹਨਾਂ ਨੇ ਆ ਕੇ ਸਾਰੀ ਪੱਤਰੀ ਵਾਚੀ। ਇਸ ਤਰ੍ਹਾਂ ਫਿਰ ਅੱਗੇ ਭਾਈ ਬਾਲਾ ਜੀ ਨੇ ਸਾਰਾ ਜੀਵਨ ਸੁਣਾਉਣਾ ਸ਼ੁਰੂ ਕੀਤਾ। ਸਾਰੀ ਸੰਗਤ ਦੇ ਸਮੇਤ ਸਤਿਗੁਰੂ ਮਹਾਰਾਜ ਬੜੇ ਪਿਆਰ ਨਾਲ ਸ਼ਰਵਣ ਕਰਦੇ ਨੇ। ਉਹਨਾਂ ਵਿੱਚ ਮਹਾਨ ਹਸਤੀਆਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਕਥਾ ਸੁਣੀ ਗੁਰੂ ਨਾਨਕ ਸਾਹਿਬ ਦੀ, ਬਾਬਾ ਬੁੱਢਾ ਜੀ ਆਦਿਕ ਬੜੇ ਬੜੇ ਗੁਰਸਿੱਖ ਉਸ ਕਥਾ ਨੂੰ ਸ਼ਰਵਣ ਕਰਦੇ। ਇੱਕ ਭਾਈ ਜੀਵਾ ਜੀ, ਜਿਨ੍ਹਾਂ ਨੇ ਬਹੁਤ ਗੁਰਾਂ ਦੀ ਸੇਵਾ ਕੀਤੀ ਹੈ ਲੰਗਰ ਦੀ। ਭਾਈ ਪਾਰੂ ਜੁਲਕਾ ਜੀ ਇਹਨਾਂ ਵਿੱਚ ਕਥਾ ਸ਼ਰਵਣ ਕਰਦੇ ਸਨ। ਇੱਕ ਭਾਈ ਢਿੰਗਾ ਨਾਈ ਸੀ। ਸੋ ਇਸ ਤਰ੍ਹਾਂ ਦੇ ਗੁਰਸਿੱਖ ਵੱਡੇ ਵੱਡੇ ਉਹ ਗੁਰੂ ਨਾਨਕ ਦੇਵ ਮਹਾਰਾਜ ਦੇ ਅਵਤਾਰ ਤੋਂ ਲੈ ਕੇ ਸਾਰੀ ਕਥਾ ਸ਼ਰਵਣ ਕਰਦੇ ਗਏ। ਕਥਾ ਨਾਲ ਨਾਲ ਭਾਈ ਪੈੜਾ ਮੁਖਾ ਜੀ ਲਿਖਦੇ ਗਏ। ਸੋ ਆਓ ਹੁਣ ਅੱਗੇ ਅਧਿਆਇ ਤੀਸਰਾ ਪ੍ਰਾਰੰਭ ਹੋਣ ਲੱਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ। ਇਹਦੇ ਵਿੱਚ ਆਪਾਂ ਕੁਝ ਪਹਿਲਾਂ ਵੀ ਸ਼ਰਵਣ ਕਰ ਚੁੱਕੇ ਹਾਂ, ਪਰ ਕਹਿੰਦੇ ਨੇ ਇਤਿਹਾਸ ਹੋਵੇ, ਗੁਰਬਾਣੀ ਇਹ ਕਦੇ ਪੁਰਾਣੇ ਨਹੀਂ ਹੁੰਦੇ। ਹਰ ਵਾਰ ਨਵਾਂ ਹੀ ਰੰਗ ਹੁੰਦਾ, ਹਰ ਵਾਰ ਹੋਰ ਰੰਗ ਹੁੰਦਾ, ਹੋਰ ਰਸ ਹੈ, ਹੋਰ ਕਿਰਪਾ ਹੈ। ਕਿਉਂਕਿ ਮੁੱਖ ਵਿੱਚੋਂ ਗੁਰਾਂ ਦੀ ਬਾਣੀ ਉਚਾਰਨ ਕੀਤੀ ਹੈ। ਜਦੋਂ ਆਪਾਂ ਉਹਦਾ ਵਿਸਥਾਰ ਕਰਦੇ ਹਾਂ ਇਤਿਹਾਸ ਦਾ ਵੀ, ਜੇ ਆਪਸ ਵਿੱਚ ਕਥਾ ਮਿਲਾਈਏ ਭਾਵੇਂ 5 ਵਾਰ ਕਰੀਏ ਵੱਖਰੇ ਹੀ ਅੱਖਰ ਆਉਣਗੇ ਅੱਗੇ। ਸੋ ਇਸ ਕਰਕੇ ਆਓ ਆਨੰਦ ਲਈਏ ਕਥਾ ਦਾ। ਪਹਿਲਾਂ ਕਵੀ ਜੀ ਇੱਕ ਬਿੱਤ ਦੇ ਰਾਹੀਂ ਗੁਰਾਂ ਦੇ ਚਰਨਾਂ ਕਮਲਾਂ ਦਾ ਮੰਗਲ ਕਰਦੇ ਨੇ ਕਿ ਚਰਨਾਂ ਕਮਲਾਂ ਦੀ ਉਪਮਾ ਕਿਹਦੇ ਨਾਲ ਦਿਆਂ। ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਕਹਿੰਦੇ ਕਿ ਚਰਨ ਕਮਲ ਨੇ, ਇਹ ਹਸਤ ਕਮਲ ਨੇ, ਇਹ ਮੁੱਖ ਕਮਲ ਹੈ। ਇਹ ਬੋਲਣ ਦਾ ਇੱਕ ਸੋਹਣਾ ਤਰੀਕਾ। ਜਿਵੇਂ ਆਪਾਂ ਕਿਸੇ ਨੂੰ ਕੀ ਨਾਮ ਹੈ ਤੇਰਾ,
ਆਮ ਬੰਦੇ ਨੂੰ। ਔਰ ਵੱਡੇ ਬੰਦੇ ਨੂੰ ਕਹਿੰਦੇ ਆਪਣਾ ਸ਼ੁਭ ਨਾਮ ਕੀ ਹੈ, ਇੱਕ ਅੱਖਰ ਹੋਰ ਜੋੜਿਆ ਹੈ ਸ਼ੁਭ ਨਾਮ। ਸੋ ਆਪਣਾ ਹੋਰ ਸੋਹਣਾ ਬੋਲਣਾ ਹੋਵੇ, ਸੋ ਆਪਣਾ ਸੋਹਣਾ ਨਾਮ ਕੀ ਹੈ। ਜਦੋਂ ਆਪਾਂ ਸਤਿਗੁਰੂ ਦੇ ਬਚਨ ਕਰਦੇ ਹਾਂ ਉਦੋਂ ਕਮਲ, ਕਿਉਂਕਿ ਨਿਰਲੇਪ ਰਹਿੰਦਾ ਪਾਣੀ ਵਿੱਚ ਕਮਲ, ਕਮਲ ਦੇ ਸਦਰਸ ਚਿਹਰਾ, ਹਸਤ ਕਮਲ, ਚਰਨ ਕਮਲ, ਮੁਖ ਕਮਲ, ਹਿਰਦਾ ਕਮਲ, ਇਹ ਸਾਰੇ ਅੱਖਰ ਬੋਲੇ ਜਾਂਦੇ ਨੇ। ਸੋ ਇਸ ਤਰ੍ਹਾਂ ਹੁਣ ਕਵੀ ਜੀ ਕਹਿੰਦੇ ਕਿਹਦੇ ਨਾਲ ਉਪਮਾ ਦਿਆਂ ਤੁਹਾਡੀ, ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਕੋਈ ਨਾ ਕੋਈ ਨੁਕਸ ਹੈ, ਪਰ ਤੁਹਾਡੇ ਵਿੱਚ ਤਾਂ ਕੋਈ ਵੀ ਔਗਣ ਨਹੀਂ, ਕੋਈ ਨੁਕਸ ਨਹੀਂ। ਤੁਸੀਂ ਤਾਂ ਬਹੁਤ ਸਾਰਿਆਂ ਨਾਲੋਂ ਸ਼੍ਰੋਮਣੀ ਹੋ, ਗੁਣਾਂ ਦਾ ਖਜ਼ਾਨਾ ਹੋ। ਆਓ ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤਾ ਕਉ ਕਾਵਿ ਉਪਮਾ ਸੋ ਦੇਤ ਪਾਰ ਜਾਤ ਪਗ, ਕਉ ਕਹੇ ਗੁਰੂ ਪਗ ਕਮਲ ਅਮਲ ਹੈ। ਕਵੀ ਜੀ ਫਰਮਾਉਂਦੇ ਨੇ ਕਿ ਕੋਈ ਕਵੀ ਤਾਂ ਉਪਮਾ ਦਿੰਦਾ ਹੈ ਕਿ ਜਿਹੜੇ ਗੁਰਾਂ ਦੇ ਚਰਨ ਨੇ ਇਹ ਪਾਰ ਜਾਤ ਹੁੰਦਾ ਕਲਪ ਵਿੱਚ। ਆਸਾ ਦੀ ਵਾਰ ਜਿਹੜੇ ਸੁਣਦੇ ਨੇ ਪੜ੍ਹਦੇ ਨੇ ਉਹਨਾਂ ਨੂੰ ਪਤਾ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਲਿਖਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ। ਪਾਰ ਜਾਤ ਇਹੋ ਹਰ ਕੋ ਨਾਮ। ਇਹ ਪਾਰ ਜਾਤ ਕਲਪ ਬ੍ਰਿਛ ਵਿਦਵਾਨਾਂ ਅਨੁਸਾਰ ਤਾਂ ਉਹ, ਕਿਉਂਕਿ ਗਿੱਦੜ ਦਾਖ ਨਾ ਆਪਣਾ ਆਖੈ ਥੂ ਕੌੜੀ, ਉਹਨਾਂ ਨੇ ਕਿਹੜਾ ਸਵਰਗ ਦੇਖੇ ਹੁੰਦੇ ਨੇ ਜਾਂ ਕੋਈ ਚੀਜ਼, ਉਹ ਕਹਿੰਦੇ ਮਨੋਕਲਪਿਤ ਹੈ। ਪਰ ਜੇ ਵਿਦਵਾਨ ਅਭਿਆਸ ਕਰ ਲੈਣ ਬਾਣੀ ਦਾ, ਮਨੋਕਲਪਿਤ ਵੀ ਸਾਹਮਣੇ ਹੀ ਆ ਜਾਂਦਾ ਕਿ ਹੈ ਕਿ ਨਹੀਂ, ਸਭ ਕੁਝ ਹੈਗਾ, ਬਸ ਤੀਸਰਾ ਨੇਤਰ ਖੁੱਲ੍ਹਣਾ ਚਾਹੀਦਾ, ਫਿਰ ਹਰ ਇੱਕ ਚੀਜ਼ ਹੈ। ਸੋ ਇਹ ਹੈ ਕਿ ਬਈ ਆਮ ਲੋਕਾਂ ਦੇ ਵਿੱਚ ਇਹ ਚੀਜ਼ ਨੂੰ ਆਪਾਂ ਪ੍ਰਗਟ ਨਹੀਂ ਕਰਦੇ, ਪਰ ਗੁਰਬਾਣੀ ਅੰਦਰ ਇਹ ਸਾਰਾ ਕੁਝ ਆਇਆ। ਤਾਂ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੀ ਉਪਮਾ ਕੋਈ ਪਾਰ ਜਾਤ ਦਰਖਤ ਨਾਲ ਦਿੰਦਾ। ਉਹ ਦਰਖਤ ਦਾ ਇਹ ਆ, ਉਹਦੇ ਕੋਲ ਖੜ ਕੇ ਕੋਈ ਵੀ ਇੱਛਾ ਕਰ ਲੋ ਪੂਰੀ ਕਰਦਾ, ਕਿਉਂਕਿ ਇਸ ਧਰਤੀ ਉੱਤੇ ਨਾ ਹੋਣ ਕਰਕੇ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ। ਇਹ ਕ੍ਰਿਸ਼ਨ ਜੀ ਗੋਪੀਆਂ ਲਈ ਸਵਰਗ ਤੋਂ ਇੰਦਰ ਨਾਲ ਜੰਗ ਕਰਕੇ ਲੈ ਕੇ ਆਏ ਸੀ ਇਹਨੂੰ। ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ, ਮਨੁੱਖਾਂ ਵਾਸਤੇ ਨਹੀਂ ਬਣੀਆਂ ਹੁੰਦੀਆਂ। ਕਉ ਕਹੇ ਗੁਰੂ ਪਾਗ ਕਮਲ ਅਮਲ ਹੈ। ਕੋਈ ਕਹਿੰਦਾ ਹੈ ਕਿ ਗੁਰੂ ਜੀ ਦੇ ਚਰਨ ਕਮਲ ਵਰਗੇ ਅਮਲ ਮੈਲ ਤੋਂ ਰਹਿਤ ਹਨ। ਜੋ ਪਾਰ ਜਾਤ ਨਾ ਚਤਨ ਗਤ ਦਾਨ ਨਾਹੀ। ਕਹਿੰਦੇ ਪਰ ਮੈਂ ਉਹਦੇ ਚ ਨੁਕਸ ਕੱਢਦਾ ਪਾਰ ਜਾਤ ਵਿੱਚ ਇਹ ਕਿ ਗੁਰੂ ਕੇ ਚਰਨਾਂ ਨੂੰ ਪਾਰ ਜਾਤ ਤਾਂ ਕਹਿ ਦਿੱਤਾ, ਪਰ ਪਾਰ ਜਾਤ ਚੇਤਨ ਨਹੀਂ ਹੈ, ਚੇਤਨ ਸੱਤਾ ਨਹੀਂ ਹੈ। ਸੋ ਇਸ ਕਰਕੇ ਮਨ ਬੁੱਧੀ ਸੰਯੁਕਤ ਹੋਣ ਦੀ ਤਾਕਤ ਹੋਣੀ, ਇਹ ਚੇਤਨ ਸੱਤਾ ਹੁੰਦੀ ਹੈ। ਫਿਰ ਸੁਣੀਏ ਮਨ ਬੁੱਧੀ ਸਹਿਤ ਹੋਣ ਦੀ ਤਾਕਤ ਨੂੰ ਚੇਤਨ ਸੱਤਾ ਕਹਿੰਦੇ, ਚੇਤਨ ਹੋਣਾ। ਗਤ ਦਾਨ ਨਾਹੀਂ। ਇਹ ਜਿਹੜਾ ਪਾਰਜਾਤ ਦਾ ਦਰਖਤ ਹੈ ਇਹ ਬੰਦੇ ਨੂੰ ਚਾਰ ਪਦਾਰਥ ਦਿੰਦਾ, ਪਰ ਜੇ ਉਹਨੂੰ ਕਹੇ ਸਾਨੂੰ ਮੁਕਤੀ ਦੇ ਦਿਓ, ਫਿਰ ਉੱਥੇ ਬ੍ਰੇਕਾਂ ਲੱਗ ਜਾਂਦੀਆਂ ਇਹਨਾਂ ਦੀਆਂ, ਕਿਉਂਕਿ ਮੁਕਤ ਕਰਨਾ ਸਿਰਫ ਗੁਰਾਂ ਦਾ ਕੰਮ ਹੈ, ਅਕਾਲ ਪੁਰਖ ਦਾ ਕਾਰਜ ਹੈ। ਇਹੀ ਰੌਲਾ, ਬਸ ਕੋਈ ਮੁਕਤ ਨਹੀਂ ਕਰ ਸਕਦਾ ਕਿਸੇ ਨੂੰ ਬੰਧਨਾਂ ਤੋਂ। ਕਿੱਡੇ ਦੇਵੀ ਦੇਵਤੇ ਦੀ ਕੋਈ ਆਰਾਧਨਾ ਕਰੇ ਪ੍ਰਗਟ ਵੀ ਹੋ ਜਾਂਦੇ ਨੇ। ਜਿਵੇਂ ਭਾਈ ਭਗੀਰਥ ਜੀ ਨੂੰ ਮਲਸੀਹਾਂ ਨਗਰ ਦੇਵੀ ਪ੍ਰਗਟ ਹੋ ਗਈ ਸੀ, ਉਹ ਹੁਣ ਤੱਕ ਗੁਰੂ ਘਰ ਆ, ਉੱਥੇ ਮੰਦਿਰ ਵੀ ਨਾਲ ਬਣਿਆ ਹੋਇਆ। ਦੇਵੀ ਨੇ ਕਿਹਾ ਸੀ ਮੁਕਤੀ ਮੈਂ ਦੇ ਨਹੀਂ ਸਕਦੀ, ਮੁਕਤੀ ਦਾ ਰਸਤਾ ਦੱਸ ਸਕਦੀ ਹਾਂ। ਉਹ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਅਕਾਲ ਪੁਰਖ ਸੁਲਤਾਨਪੁਰ ਸਾਹਿਬ ਆਏ ਹੋਏ ਨੇ, ਜਾਂ ਉਹਨਾਂ ਦੇ ਚਰਨੀ ਲੱਗ ਜਾ, ਮੁਕਤ ਉਹ ਕਰ ਸਕਦੇ, ਮੈਂ ਤੈਨੂੰ ਦੇ ਸਕਦੀ ਹਾਂ ਧਰਮ ਅਰਥ ਕਾਮ ਮੋਖ, ਚਾਰ ਚੀਜ਼ਾਂ। ਹਰ ਦੇਵਤਾ ਹਰ ਸ਼ਕਤੀ ਚਾਰ ਪਦਾਰਥ ਹੀ ਦਿੰਦੀ,
चार पदार्थ जे को मांगै साध जना की सेवा लागै। जे को अपना दुख मिटावै हर हर नाम हृदय सद गावै। जे को अपनी शोभा लोरै साध संगे होमै चोरै। जे को जन्म मरण ते डरै साध जना की सरनी भरै। जिस जन को प्रभ दस प्यासा नानक ताकै सद बल जासा। इस करके पारजात दा दरख्त कोई बहुती वड्डी गल नहीं है, जिन्हां लई है सो है, पर साडे सतगुर दे चरण तां कल्याण देण हारे हन। अमल कमल रैन वेखे मुख मिल है। अमल एक हुंदा अमल, ये संधि छेद विच आउंदा ऐड़ा मम्मा इकट्ठा लल्ला वखरा अमल। एक हुंदा ऐड़ा वखरा कर लेना ते मल वखरा अमल। जिवें अखल हुंदा समूह ते अखल ये वखरा हो जांदा। ऐड़ा वखरा खखा लला वखरा, खल नाम मूर्ख दा है अखल ते हुंदा अखल समूह। इस करके संधि छेद करके अखरां दे अर्थ बनाए जांदे ने। यह अमल कमल रैन विखे मुख मिल है, जिन्हों आपां कहने कमल दा फुल मैल तो रहत चरना कमलों की उपमा दिंदे, जिहदे लई कहंदे कमल दे फुल च यह नुक्स है कि जदों सूरज छुपदा शाम नूं कमल दा फुल बंद हो जांदा अपने आप ही। रात नूं नहीं कमल दा फुल सोहना। सो ये आपां देख भी सकते जे किते कमल दा फुल देखना होवे, आम तौर ते पानी विच हुंदा, घरां विच भी किते लग्या हो सकदा। किसी दे घर कनेडा देखिया सी एब्सफोर्ड कमल दा फुल लाया होया सी, पर शाम नूं मिच गया, अपने आप बंद हो गया। सो इस करके महाराज दे चरनां दी उपमा कमल दे तुल दे सकते हैं, पर चरनां दे बराबर तिन्नां लोकां विच कोई भी चीज नहीं। उपमा किहदी दईए कहंदे, पर क्योंकि दुनिया नूं समझाउण लई वड्डी तो वड्डी शोभा वास्ते ही आपां कह सकते हैं। इसे करके कई बार गुरबाणी अंदर इतिहास विच गुरां दीयां लिखियां होईयां लिखतां विच कई ऐसियां चीजां आ जांदियां ने, ਜਦੋਂ सतगुरु जी किसी धर्म वाले ਨੂੰ मिलते हैं। ਹੁਣ किसी धर्म वाले ਲਈ विष्णु जी भगवान ਮੰਨੇ ਜਾਂਦੇ ਨੇ। ਹੁਣ सतगुरु जी ਉਹਨਾਂ ਨੂੰ ਵੱਡੇ ਤੋਂ ਵੱਡਾ ਜਿਹੜਾ ਵਿਸ਼ਨੂੰ ਹੀ ਆ ਉਹਨਾਂ ਵਾਸਤੇ ਉਹਦੇ ਤੁਲ ਫਿਰ ਪ੍ਰਮਾਣ ਦੇ ਕੇ ਸਮਝਾ ਦਿੰਦੇ ਨੇ। ਇਉਂ ਪ੍ਰਮਾਣ ਦੇਣਾ ਪੈਂਦਾ ਵੱਡੀ ਤੋਂ ਵੱਡੀ ਚੀਜ਼। ਇਸ ਤਰ੍ਹਾਂ ਪਰ ਕਹਿੰਦੇ ਕਮਲ ਦਾ ਫੁੱਲ ये ठीक है, अमल मैल तो रहता है चरना कमलों के सदर्श आपा कहता दिता, पर कहते मेरी सोच इस तो भी उत्ते जाती कि रात नूं तो बंद हो जाता, पर मेरे सतगुरां दे चरण तां सतगुर जागता है देव। मेरे सतगुरां दे चरण कमल तां हर वक्त ही प्रकाशमान हन। वह तो सह चेत देत काम ना भगत निज, बासुर और रजनी में एक सौ सतुल है। वह तो सहचेत देत कामना भगत निज। हुण चरना कमलों का गुरु नानक साहब दे चरण कमल जिहड़े ने वो तां अपने जिहड़े प्यारे ने सहचेत चेतनताई समेत कामना भी पूरी करते हैं। जे कोई कामना कर लवे और भगतां दी कामना भगती दिंदे ने, उन्हां नूं जो कोई मंग ले वो भी दिंदे ने। चरना का आदर करना। सो इस तरीके नाल बासर और रजनी में एक से सतुल है। बासर तो भाव दिन, रजनी रात। गुरां दे चरण कमल रात दिन सतुल इक्को जिहे हन। गुरां दे चरण कमल हमेशा ही प्रकाशमान रहंदे हन। लख पाद आदरण न पार जात कमल को। अगे पढ़ दो। ताते पग पग पार जात ना कमल है। इस करके कहते हैं जिहड़ा चरनां दा आदर करना नहीं जानदा ना कोई, तो उन्हें इन्हां चीज़ां दी समझ नहीं है। कहने क्योंकि ना ही कल्प विच ते ना ही कमल गुरु जी के चरनां दे आदर योग समझे जाते हैं। इसलिए चरण चरण ही हन ते कमल ते पार जात अपनी थां हन। ना ही कल्प वृक्ष हन ते ना ही कमल हन। क्यों कवि जी ने अपने, क्योंकि बुद्धि है कवि जी दी, ते बुद्धि जिहड़ी है कवि जी दी एक हुंदी बुद्धि संसारी, एक हुंदी विवेक बुद्धि जिहदे च आत्मक प्रकाश ज्यादा प्रकाशमान हुंदा।
ਇਸ ਕਰਕੇ ਵਿਵੇਕ ਬੁੱਧੀ ਤੋਂ ਕੰਮ ਲੈਂਦਿਆਂ ਹੋਇਆਂ ਕਹਿੰਦੇ ਮੈਂ ਤਾਂ ਇਹ ਕਹਿਣਾ ਕਿ ਸਿਰਫ ਕਵਿਤਾ ਲਿਖਣ ਰੂਪ ਜਾਂ ਪ੍ਰਮਾਣ ਦੇਣ ਹਿੱਤ ਇਹ ਅੱਖਰਾਂ ਦੀ ਵਰਤੋਂ ਹੋ ਸਕਦੀ ਹੈ, ਪਰ ਦੁਨੀਆ ਕਿਤੇ ਇਹ ਨਾ ਸਮਝ ਲਵੇ ਕਿ ਕਮਲ ਦੇ ਫੁੱਲ ਨੂੰ ਮੱਥਾ ਟੇਕਣ ਲੱਗ ਜੇ ਕਿ ਗੁਰਾਂ ਦੇ ਚਰਨ ਤੁੱਲ ਨਹੀਂ, ਸਿਰਫ ਪ੍ਰਮਾਣ ਹੀ ਦਿੱਤਾ ਹੈ। ਚੌਪਈ ਕਰ ਤੁੰਬੀ ਕਟ ਕੀਨ ਕੁਪੀਨਾ। ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਪਿਆਰਾ ਗੁਰਸਿੱਖ ਭਾਈ ਬਾਲਾ ਜੀ ਅਤੇ ਗੁਰੂ ਨਾਨਕ ਦੇਵ ਜੀ ਦਾ ਸਰੂਪ ਅਲੱਗ-ਅਲੱਗ ਥਾਵਾਂ ਤੇ ਵਰਣਨ ਕਰਨਗੇ। ਹੁਣ ਜਿਹੜਾ ਸਰੂਪ ਹੈ ਭਾਈ ਬਾਲਾ ਜੀ ਦਾ, ਪੁਰਾਣੇ ਜਦੋਂ ਸਿੱਖੀ ਹਲੇ ਹੁਣ ਪ੍ਰਚਲਿਤ ਨਹੀਂ ਸੀ ਹੋਈ ਪੂਰਨ ਰੂਪ ਦੇ ਵਿੱਚ, ਜਾਂ ਕਹਿ ਲਓ ਵੀ 10ਵੇਂ ਪਾਤਸ਼ਾਹ ਨੇ ਜਿਹੜਾ ਬਾਣਾ ਬਖਸ਼ਿਆ ਉਹ ਬਾਅਦ ਦੀਆਂ ਚੀਜ਼ਾਂ। 6ਵੇਂ ਪਾਤਸ਼ਾਹ ਵੇਲੇ ਕੁਝ ਕੁ ਤਬਦੀਲੀਆਂ ਹੋਈਆਂ। 6ਵੇਂ ਪਾਤਸ਼ਾਹ ਵੇਲੇ ਬਾਬਾ ਬੁੱਢਾ ਜੀ ਨੂੰ ਵੀ ਗੱਤਕੇ ਕਿਰਪਾਨ ਪਾਤੀ ਸੀ ਮਹਾਰਾਜ ਨੇ। ਬਾਬਾ ਜੀ ਆਪ ਵੀ ਗੱਤਕਾ ਜਾਣਦੇ ਸੀ, ਘੋੜ ਸਵਾਰੀ, ਕਿਉਂਕਿ 6ਵੇਂ ਪਾਤਸ਼ਾਹ ਨੂੰ ਸੰਥਿਆ ਊੜਾ ਐੜਾ ਸਿਖਾਉਣਾ, ਸੰਥਿਆ ਕਰਾਉਣੀ ਗੁਰਬਾਣੀ ਦੀ, ਘੋੜੇ ਤੇ ਚੜ੍ਹਨਾ ਸਿਖਾਉਣਾ, ਸ਼ਸਤਰ ਵਿਦਿਆ, ਇਹ 6ਵੇਂ ਪਾਤਸ਼ਾਹ ਨੂੰ ਬਾਬਾ ਬੁੱਢਾ ਜੀ ਨੇ ਸਿਖਾਈ ਸੀ, ਉਸਤਾਦ ਵੀ ਸਨ। ਇਸ ਕਰਕੇ ਅਲੱਗ-ਅਲੱਗ ਰੂਪ ਹਨ। ਹੁਣ ਉਦੋਂ ਰੂਪ ਕੀ ਸੀ ਭਾਈ ਬਾਲਾ ਜੀ ਦਾ? ਕਹਿੰਦੇ ਕਰ ਮਤਲਬ ਹੱਥ ਦੇ ਵਿੱਚ ਤੂੰਬੀ, ਛੋਟਾ ਤੂੰਬਾ ਪਕੜਿਆ ਹੋਇਆ ਹੈ। ਤੂੰਬਾ ਹੁੰਦਾ ਸੀ ਪੁਰਾਣੇ ਟਾਈਮ ਦੇ ਵਿੱਚ ਪਿੱਤਲ ਦੇ ਕੁੰਡੇ ਵਾਲੀ ਇੱਕ ਗੜਬੀ ਜਿਹਨੂੰ ਖੁੱਲੇ ਮੂੰਹ ਵਾਲਾ ਹੁੰਦਾ ਸੀ ਤੂੰਬਾ। ਹੁਣ ਵੀ ਆਪਾਂ ਦੇਖ ਸਕਦੇ ਹਾਂ ਜੋਗੀ ਲੋਕਾਂ ਕੋਲ ਵੀ ਜਾਂ ਸਾਧੂ ਸੰਤਾਂ ਕੋਲ ਵੀ ਹੁੰਦਾ ਹੈ। ਕਟ ਕੀਨ ਕੁਪੀਨਾ, ਇਹ ਕੱਟ ਜਿਹੜਾ ਲੱਕ ਹੈ, ਇਹ ਲੱਕ ਨੂੰ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਜੋ ਇੱਕ ਲੰਗੋਟ ਬਣਾ ਕੇ ਬੰਨ੍ਹਿਆ ਹੁੰਦਾ ਇਸ ਤਰ੍ਹਾਂ ਦਾ ਕਿ ਜੱਤ ਸੱਤ ਦੀ ਨਿਸ਼ਾਨੀ ਹੁੰਦੀ ਹੈ, ਜੋ ਉਹਦੇ ਉੱਪਰ ਦੀ ਫਿਰ ਬਸਤਰ ਪਹਿਨ ਲੈਣਾ। ਕਸ਼ਹਿਰੇ ਦੀ ਦਾਤ ਹੌਲੀ ਹੌਲੀ ਫਿਰ ਆਪਣੇ ਚ ਪ੍ਰਚਲਿਤ ਹੋਈ। ਪਹਿਲਾਂ ਜਿਵੇਂ ਲਿਬਾਸ ਸੀ ਉਸੇ ਲਿਬਾਸ ਨੂੰ ਹੀ ਕਥਨ ਕਰਦੇ ਹਨ। ਤਾਂ ਕਹੀਦਾ ਕਿਉਂਕਿ ਪਹਿਲਾਂ ਹੁੰਦਾ ਸੀ ਕਥਾ ਸੁਣ ਲੈਣੀ, ਮੰਨ ਲੈਣੀ। ਹੁਣ ਦਿਮਾਗ ਇੰਨੇ ਤੇਜ਼ ਨੇ, ਤਰਕ ਬਤਰਕ ਨਾਲ ਹੀ ਖੜੀ ਹੋ ਜਾਂਦੀ ਹੈ ਹਰ ਬੰਦੇ 'ਚ। ਇਸ ਕਰਕੇ ਉਹਨੂੰ ਨਾਲ ਹੀ ਆਪਾਂ ਨੇ ਠੀਕ ਵੀ ਕਰਨਾ ਹੁੰਦਾ। ਉਹਦੀ ਜੇ ਫਿਨਿਸ਼ਿੰਗ ਨਹੀਂ ਕਰਦੇ ਤਾਂ ਫਿਰ ਸੁਣਨ ਵਾਲਾ ਕਹਿੰਦਾ ਇਹ ਕਿਹੋ ਜਿਹੇ ਲਿਬਾਸ ਸੀ ਉਦੋਂ। ਪਰ ਇਹ ਹੈ ਕਿ ਭਾਈ ਬਾਲਾ ਜੀ ਦਾ ਕੈਸਾ ਲਿਬਾਸ ਹੈ। ਤਾਨੇ ਉੱਪਰ ਕਮਰੀ ਸਤਲੀਨਾ, ਸਰੀਰ ਦੇ ਉੱਤੇ ਚਿੱਟੇ ਰੰਗ ਦੀ ਕੰਬਲੀ ਲਈ ਹੋਈ ਹੈ। ਸਰੂਪ ਨੂੰ ਆਪਾਂ ਮਨ ਦੇ ਦੁਆਰਾ ਚਿੱਤਰਿਤ ਕਰ ਰਹੇ ਹਾਂ। ਉੱਚੀ ਕੁਲ ਹੈ ਸੀਸ ਪਰ ਧਾਰੀ, ਸੀਸ ਦੇ ਉੱਤੇ ਉੱਚੀ ਕੁਲ ਹੈ, ਇੱਕ ਲੰਬੀ ਜੀ ਟੋਪੀ ਹੁੰਦੀ ਸੀ ਪਹਿਲਾਂ ਸੀਸ ਦੇ ਲੰਬਾਈ ਵਾਲੀ, ਉਹ ਰੱਖੀ ਹੋਣੀ। ਬਾਅਦ ਵਿੱਚ ਬਸਤਰ ਬਦਲੇ ਨੇ। ਇਹ ਕਵੀ ਜੀ ਨੇ ਉਹਨਾਂ ਦਾ ਪਹਿਲਾ ਰੂਪ ਵਰਣਨ ਜ਼ਰੂਰ ਕੀਤਾ ਹੈ, ਪਰ ਐਸਾ ਮੇਰੇ ਖਿਆਲ ਅਨੁਸਾਰ, ਕਿਉਂਕਿ ਮੇਰੇ ਵਿਚਾਰ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦੀ ਕਥਾ ਆਉਂਦੀ ਤਾਂ ਮਹਾਰਾਜ ਨੇ 5 ਸਾਲ ਦੀ ਉਮਰ 'ਚ ਦਸਤਾਰ ਸਜਾ ਕੇ ਫਿਰ ਵਿਦਿਆ ਪੜ੍ਹਨ ਗਏ ਸਨ। ਹੁਣ ਇਹ ਰੂਪ ਜਿਹੜਾ ਕਵੀ ਜੀ ਨੇ ਕੀਤਾ ਜਾਂ ਮਨੋਕਲਪਿਤ ਹੋ ਸਕਦਾ, ਜੇ ਮੰਨ ਵੀ ਲਈਏ ਇਸ ਗੱਲ ਨੂੰ, ਪਰ ਹੋ ਸਕਦਾ ਐਸਾ ਰੂਪ ਬਣਾਉਂਦੇ ਵੀ ਹੁਣ, ਰੋਕਦੇ ਵੀ ਨਹੀਂ ਸਨ। ਪਰ ਗੁਰੂ ਨਾਨਕ ਦੇਵ ਜੀ ਨੇ ਤਾਂ 5 ਸਾਲ ਦੀ ਉਮਰ ਵਿੱਚ ਦਸਤਾਰ ਮਹਾਰਾਜ ਨੂੰ ਬੰਨ੍ਹ ਦਿੱਤੀ ਸੀ ਸੋਹਣੀ, ਉਸ਼ਨੀਕ ਕਹਿੰਦੇ ਦਸਤਾਰ ਨੂੰ। ਉਹ ਜਦੋਂ ਅੱਗੇ ਕਥਾ ਆਵੇਗੀ ਤਾਂ ਫਿਰ ਆਵੇਗੀ। ਤੇ ਇਸ ਕਰਕੇ ਪਰ ਉਹਨਾਂ ਦਾ ਇੱਕ ਚਿੱਤਰ ਬਣਾ ਰਹੇ ਨੇ ਕਵੀ ਜੀ ਕਿ ਇਸ ਤਰ੍ਹਾਂ ਭਾਈ ਬਾਲਾ ਜੀ ਦਾ ਰੂਪ ਸੀ ਪਹਿਲਾਂ। ਸਮਸ ਸਵੇਤ ਦੀਰਘ ਇੱਕ ਸਾਰੀ, ਸਮਸ਼ ਦਾੜੀ ਜੋ ਹੈ ਚਿੱਟੇ ਰੰਗ ਦੀ, ਇੱਕ ਸਾਰ ਲੰਬਾਈ ਵਾਲੀ, ਸੋਹਣੇ ਵੱਡਾ ਦਾੜਾ ਭਾਈ ਬਾਲਾ ਜੀ ਦਾ ਹੈ ਜੀ। ਔਰ ਮੈਂ ਕਰ ਗੁਰੂ ਨਾਨਕ ਧਿਆਨਾ, ਔਰ ਹਿਰਦੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਧਿਆਨ ਉਹਨਾਂ ਨੇ ਕੀਤਾ। ਕਿਉਂਕਿ ਪਹਿਲਾਂ ਇੱਕ ਰਿਵਾਜ ਹੀ ਸੀਗਾ ਕਿ ਸਾਰੇ ਸਤਿਗੁਰਾਂ ਦੇ ਆਪਾਂ ਦਸਤਾਰ ਦੇਖਦੇ ਹੀ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਗੋਲ ਦਸਤਾਰ, ਸ਼ੁਰੂ ਤੋਂ 10 ਸਰੂਪਾਂ ਦੇ ਵੀ ਐਸੀ ਦਸਤਾਰ, ਗੁਰਸਿੱਖਾਂ ਦੇ ਵੀ ਐਸੀ ਦਸਤਾਰ। ਹੋ ਸਕਦਾ ਮਹਾਰਾਜ ਦੇ ਕੁਝ ਸਮੇਂ ਤੱਕ ਇਹ ਰਹੀ ਹੋਵੇ, ਭਾਈ ਬਾਲਾ ਜੀ ਦੇ ਸ਼ੁਰੂ 'ਚ ਰਹੀ ਹੋਵੇ, ਪਰ ਮੇਰੇ ਖਿਆਲ ਮੁਤਾਬਕ ਤਾਂ ਉਹਨਾਂ ਨੇ ਦਸਤਾਰ ਹੀ ਸਜਾਈ ਹੋਵੇਗੀ। ਬੰਦੇ ਪਦ ਅਰਵਿੰਦ ਵਿਧਾਨਾ, ਸੋ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਕੇ ਭਾਈ ਬਾਲਾ ਜੀ ਨੇ
ਗੁਰੂ ਨਾਨਕ ਦੇਵ ਜੀ ਦੇ ਚਰਨਾਂ ਕਮਲਾਂ ਤੇ ਵਿਧੀ ਨਾਲ ਮੱਥਾ ਟੇਕਣਾ। ਬਾਲਾ ਵਰਣਨ ਕਰਨ ਲੱਗਾ ਬਰ ਸ੍ਰੇਸ਼ਟ ਕਥਾ ਭਾਈ ਬਾਲਾ ਜੀ ਵਰਣਨ ਕਰਨ ਲੱਗੇ ਨੇ ਗੁਰੂ ਨਾਨਕ ਦੇਵ ਜੀ ਦੀ, ਪਰ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਧਿਆਨ ਆਪਣੇ ਹਿਰਦੇ 'ਚ ਧਾਰ ਕੇ ਸਸਮੁਖ ਤੇ ਇਤਿਹਾਸ ਸੁਧਾ ਸਰ ਚੰਦਰਮਾ ਵਰਗੇ ਮੁਖ ਤੋਂ ਅੰਮ੍ਰਿਤ ਵਰਗਾ ਜਿਹੜਾ ਸੋਹਣਾ ਇਤਿਹਾਸ ਹੈ ਗੁਰੂ ਨਾਨਕ ਦੇਵ ਜੀ ਵਾਲਾ, ਸ਼ੁਭ ਗੁਣਾਂ ਨੂੰ ਦੇਣ ਵਾਲਾ, ਇਹਦੇ ਨਾਲ ਇਤਿਹਾਸ ਸੁਣਨ ਵਿੱਚ ਇੱਕ ਚੀਜ਼ ਆਉਂਦੀ ਹੈ ਕਥਾ ਸੁਣਨ ਨਾਲ ਕਿ ਆਪਣਾ ਧਿਆਨ ਮਨ ਇਸ ਚੀਜ਼ 'ਚ ਜ਼ਿਆਦਾ ਖੁਸ਼ ਹੁੰਦਾ ਹੈ। ਜੇ ਮਨ ਨੂੰ ਕਈ ਧਿਆਨ ਲਾ ਗੁਰੂ ਨਾਨਕ ਸਾਹਿਬ ਦਾ, ਉਹ ਨਹੀਂ ਲਾਉਂਦਾ। ਹੁਣ ਇਸ ਤਰੀਕੇ ਨਾਲ ਮਨ ਦਾ ਧਿਆਨ ਜ਼ਿਆਦਾ ਗੁਰੂ ਨਾਨਕ ਸਾਹਿਬ ਜਾਣਾ, ਆਪਣਾ ਉਹਨਾਂ ਨੂੰ ਸਿਮਰਨ ਕਰਨਾ, ਉਹਨਾਂ ਦਾ ਸਰੂਪ ਅੱਖਾਂ ਅੱਗੇ ਲਿਆਉਣਾ ਕਿ ਉਹ ਕਿਵੇਂ ਸੰਸਾਰ ਨੂੰ ਗੁਰੂ ਨਾਨਕ ਦੇਵ ਜੀ ਨੇ ਤਾਰਿਆ। ਸ੍ਰੀ ਬਾਲਾ ਸੰਦਰਬਾਚ ਭਾਈ ਬਾਲਾ ਜੀ ਸੰਧੂ ਗੋਤ ਵਾਲੇ ਇਸ ਤਰੀਕੇ ਨਾਲ ਉਚਾਰਨ ਕਰਦੇ ਹਨ। ਕਲਯੁਗ ਪਾਏ ਅਕਾਲ ਪ੍ਰਜੋਰਾ। ਕਹਿੰਦੇ ਮਹਾਰਾਜ ਜੀ ਮੈਂ ਸ਼ੁਰੂ ਤੋਂ ਲੈ ਕੇ ਸੁਣਾਉਂਦਾ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਜਿਹੜੇ ਹਾਲਾਤ ਸੀ ਨਾ, ਉਹ ਇਸ ਤਰ੍ਹਾਂ ਦੇ ਬਣ ਗਏ ਸੀ ਕਿ ਕਲਯੁਗ ਨੇ ਆਪਣਾ ਬਹੁਤ ਕਰੂਪਤਾ ਜਾਂ ਜ਼ੋਰ ਪਾਇਆ ਲੋਕਾਂ ਦੀਆਂ ਬੁੱਧੀਆਂ ਦੇ ਉੱਤੇ। ਪ੍ਰਭਾਵ ਹੀ ਐਸੇ ਢੰਗ ਦਾ ਬਣ ਗਿਆ, ਪ੍ਰਭਾਵ ਹੁੰਦਾ ਕਿਵੇਂ ਲੋਕ ਕਹਿੰਦੇ ਕਲਯੁਗ ਕੋਈ ਐ ਬੰਦਾ ਨਹੀਂ ਹੈਗਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਕਿਤੇ ਦੇਸ ਨਾ ਆਇਆ ਸੁਣੀਐ, ਤੀਰਥ ਪਾਸ ਨਾ ਬੈਠਾ। ਕਹਿੰਦੇ ਇਹ ਤਾਂ ਨਹੀਂ ਕਲਯੁਗ ਕਿਤੇ ਵੀ ਆਇਆ ਫਲਾਣੇ ਥਾਂ ਆਇਆ ਹੋਇਆ ਬੰਦੇ ਵਰਗਾ ਹੋਵੇਗਾ ਜਾਂ ਕਿਤੇ ਤੀਰਥ ਉੱਤੇ ਬੈਠਾ, ਗੁਪਤ ਰੂਪ ਵਿੱਚ ਇਹਦੀ ਡਿਊਟੀ ਲੱਗੀ ਹੋਈ ਹੈ। ਇਹ ਪ੍ਰਭਾਵ ਹੁੰਦਾ, ਆਪੋ ਆਪਣਾ ਪ੍ਰਭਾਵ ਪਾਉਂਦਾ। ਸੋ ਜਿਵੇਂ ਕੋਈ ਬੰਦਾ ਗੁਰੂ ਘਰ ਦੇ ਵਿੱਚ ਆਉਂਦਾ, ਕਿੰਨੇ ਹੀ ਕੈਸਾ ਵੀ ਬੰਦਾ ਹੋਵੇ ਨਾ, ਇੱਥੇ ਜ਼ਰੂਰ ਆ ਕੇ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ। ਤੇ ਉਹੀ ਬੰਦਾ ਜੇ ਕਿਸੇ ਇਹੋ ਜਿਹੇ ਗਲਤ ਥਾਂ ਚਲਿਆ ਜਾਵੇ ਜਿੱਥੇ ਬਹੁਤ ਮਾੜੇ ਹਾਲਤ ਹੋਣ, ਉੱਥੇ ਉਹਦੇ ਮਨ ਦੇ ਵਿੱਚ ਕੁਦਰਤੀ ਆ, ਜਿਵੇਂ ਭਗਤ ਕਬੀਰ ਜੀ ਨੂੰ ਕੋਈ ਕਹਿੰਦਾ ਜੀ ਤੁਸੀਂ ਮਰਗਤ ਤੇ ਜ਼ਰੂਰ ਜਾਂਦੇ ਹੋ ਪਰ ਵਿਆਹ ਤੇ ਨਹੀਂ ਜਾਂਦੇ ਕਿਸੇ ਤੇ। ਕਬੀਰ ਜੀ ਕਹਿੰਦੇ ਜਦੋਂ ਮਰਗਤ ਤੇ ਜਾਂਦਾ ਬੰਦਾ ਉਦੋਂ 100 ਕਦਮ ਰੱਬ ਦੇ ਨੇੜੇ ਹੋ ਜਾਂਦਾ, ਆਪਣੀ ਮੌਤ ਯਾਦ ਆ ਜਾਂਦੀ ਬੰਦੇ ਨੂੰ। ਵਿਆਹ ਸ਼ਾਦੀ ਤੇ ਜਾ ਕੇ 100 ਕਦਮ ਪ੍ਰਮਾਤਮਾ ਤੋਂ ਪਿੱਛੇ ਹਟ ਜਾਂਦਾ, ਉੱਥੇ ਚੰਚਲਤਾ ਹੀ ਹੁੰਦੀ, ਨਾਚ, ਰੱਬ ਭੁੱਲਿਆ ਹੁੰਦਾ ਲੋਕਾਂ ਨੂੰ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਜਦੋਂ ਆਪਾਂ ਕਰਦੇ ਹਾਂ, ਗੁਰੂ ਘਰ ਦੇ ਵਿੱਚ ਬਹਿ ਕੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਹਾਂ, ਪਰ ਇਹ ਕਲਯੁਗ ਜਿੱਥੇ ਕਿ ਫਿਰ ਜ਼ੋਰ ਪਾਉਂਦਾ ਆਪਣਾ। ਕਲਯੁਗ ਐਸੀ ਇੱਕ ਚੀਜ਼, ਨਾਮ ਲਏ ਤੇ ਇਸ ਬਦਨਾਮੀ ਕਲ ਕੇ ਲੱਖਣ। ਇਹ ਕਲਯੁਗ ਵਿੱਚ ਜਿਹੜਾ ਨਾਮ ਜਪੇਗਾ ਕਹਿੰਦੇ ਉਹਦੀ ਬਦਨਾਮੀ ਹੋਵੇਗੀ। ਇਹ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ, ਕਲਯੁਗ ਦਾ ਲੱਖਣ ਹੈ। ਕਿੱਡਾ ਹੀ ਕੋਈ ਮਾੜਾ ਬੰਦਾ ਹੋਵੇ ਦੂਜੇ ਢੰਗ ਦਾ ਖਰਾਬ ਜਿਹਾ, ਉਹਨੂੰ ਲੋਕ ਕਹਿਣਗੇ ਬਹੁਤ ਵਧੀਆ ਆਦਮੀ ਹੈ। ਲੱਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਕਾਮ ਨੇਵ ਸੱਦ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ। ਇਸ ਕਰਕੇ ਕਲਯੁਗ ਦਾ ਪ੍ਰਭਾਵ ਹੀ ਐਸਾ ਹੈ। ਪ੍ਰਗਟ ਭਏ ਅਗ ਓਗ ਪ੍ਰਘੋਰਾ। ਜਦੋਂ ਕਲਯੁਗ ਦਾ ਇੱਕ ਭਿਆਨਕ ਸਮਾਂ ਆਇਆ, ਕਿਉਂਕਿ ਬਹੁਤ ਲੋਕ ਭਗਤੀ ਤੋਂ ਹੀਣੇ ਹੋ ਗਏ, ਬਹੁਤਾ ਜ਼ਿਆਦਾ ਜਿਹੜਾ ਪਾਪ ਬਹੁਤੇ ਸੀ ਨਾ, ਭਿਆਨਕ ਸੰਸਾਰ ਦੇ ਅੰਦਰ ਪਾਪ ਪ੍ਰਗਟ ਹੋ ਗਏ। ਆਦ ਦੁਕਾਲ ਹੋਤ ਉਤਪਾਤਾ। ਇਹਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਉਪਦਰਵ ਖੜੇ ਹੋਏ, ਜਿਵੇਂ ਕਾਲ ਪੈ ਜਾਣਾ। ਕਾਲ ਹੁੰਦਾ ਬਰਸਾਤ ਨਾ ਹੋਣੀ, ਫਸਲ ਨਾ ਹੋਣੀ। ਕਾਲ ਦੀਆਂ ਕਈ ਨਿਸ਼ਾਨੀਆਂ ਨੇ। ਕਾਲ ਪੈ ਜਾਣਾ, ਟਿੱਡੀ ਦਲ ਦਾ ਪੈ ਜਾਣਾ, ਫਸਲ ਖਤਮ ਹੋ ਜਾਣੀ। ਬਰਸਾਤ ਨਾ ਹੋਣ ਕਰਕੇ ਫਸਲ ਖਤਮ ਹੋ ਜਾਂਦੀ ਹੈ। ਫਸਲ ਨੂੰ ਕੋਈ ਬਿਮਾਰੀ ਪੈ ਜਾਣੀ। ਪਹਿਲਾਂ ਹੁੰਦਾ ਸੀ ਬਹੁਤ ਚੂਹਿਆਂ ਨੇ ਨਿਕਲਣ ਧਰਤੀ 'ਚੋਂ, ਫਸਲ ਹੀ ਖਾ ਜਾਣੀ ਸਾਰੀ। ਦੁਨੀਆ ਦੇ ਖਾਣ ਨੂੰ ਰੋਟੀ ਨਾ ਬਚਣੀ, ਅੰਨ ਨਾ ਬਚਣਾ। ਕਾਲ ਕਰਕੇ ਬੜੀ ਵਾਰ ਦੁਨੀਆ ਮਰੀ ਹੈ। ਇਹ ਨਹੀਂ ਕਿ ਕਾਲ ਹੁਣ ਨਹੀਂ ਪੈ ਸਕਦਾ, ਐਸਾ ਵੀ ਸਮਾਂ ਆ ਸਕਦਾ। ਮਹਾਂਪੁਰਸ਼ਾਂ ਦੇ ਕਥਨ ਅਨੁਸਾਰ 5 ਕਿਲੋ ਸੋਨੇ ਬਦਲੇ 1 ਰੋਟੀ ਵੀ ਨਾ ਮਿਲੇਗੀ, ਐਸਾ ਸਮਾਂ ਆਵੇਗਾ। ਕੀ ਕਰਾਂਗੇ ਸੋਨੇ ਨੂੰ? ਇਸ ਕਰਕੇ ਕਹਿੰਦੇ ਨੇ ਬੜਾ ਭਿਆਨਕ ਇੱਕ ਸਮਾਂ ਆ ਗਿਆ ਸ੍ਰਿਸ਼ਟੀ ਦੇ, ਜਦੋਂ ਭਇਓ ਮਲੇਸ਼ ਰਾਜ ਬਖਿਆਤਾ। ਪ੍ਰਗਟ ਹੀ ਮਲੇਸ਼ਾਂ ਦਾ ਰਾਜ ਹੋ ਗਿਆ ਧਰਤੀ ਦੇ ਉੱਤੇ। ਚਾਰੇ ਪਾਸੇ
ਮਲੇਛ ਭਾਖਿਆ ਗਹੀ, ਮਲੇਛਾਂ ਦੀ ਬੋਲੀ, ਮਲੇਛੀ ਖਾਣਾ ਖਾਣਾ, ਤੁਰਕਾਂ ਦਾ ਰਾਜ ਇਸ ਪ੍ਰਕਾਰ ਮਲੇਛ ਇਹਨਾਂ ਨੂੰ ਕਹਿੰਦੇ ਨੇ, ਚਾਰੇ ਪਾਸੇ ਫੈਲ ਗਏ। ਪੰਥ ਮੁਹੰਬਤ ਵੱਢਤ ਅਪਾਰਾ, ਇਹ ਸਾਰਾ ਇਹਨਾਂ ਦਾ ਤੁਰਕਾਨਾ ਜਿਹੜਾ ਸੀ ਚਾਰੇ ਪਾਸੇ ਇਹ ਵਧਣ ਲੱਗਿਆ। ਕਲ ਮਲ ਮੈਂ ਮਤਹੀਨ ਵਿਚਾਰਾ, ਹੁਣ ਜਿਹੜਾ ਸੀ ਇਹ ਕਲਯੁਗ ਦੇ ਵਿੱਚ ਪਾਪ ਰੂਪ ਮਤਹੀਨ ਲੋਕ ਹੋ ਗਏ। ਕਲਯੁਗ ਦਾ ਭਿਆਨਕ ਸਮਾਂ ਐਸਾ ਹੀ ਹੈ, ਕਿਉਂਕਿ ਇੱਕ ਤੇ ਕਲਯੁਗ ਵਿੱਚ ਇਹ ਆ, ਜੇ ਸਤਯੁਗ ਵਿੱਚ ਕਿਸੇ ਬੰਦੇ ਨੂੰ ਕਹਿੰਦੇ ਸੀ ਵੀ ਤੂੰ ਮਾੜਾ ਹੈ, ਉਹ ਮਹਿਸੂਸ ਕਰਦਾ ਸੀ ਮੈਂ ਮਾੜਾ, ਮੈਂ ਠੀਕ ਹੋਣਾ ਚਾਹੀਦਾ। ਕਲਯੁਗ ਵਿੱਚ ਮਾੜੇ ਨੂੰ ਕਹੋ ਤੂੰ ਮਾੜਾ ਹੈ, ਉਹ ਗਲ ਪੈਂਦਾ, ਲੜਦਾ, ਮੈਨੂੰ ਕਿ ਮਾੜਾ ਕਹਿੰਦੇ ਹੋ। ਇੱਥੇ ਤਾਂ ਹੁਣ ਕਲਯੁਗ ਐਸਾ ਕਿ ਜਿਹੜਾ ਬੁਰੇ ਤੋਂ ਬੁਰਾ ਆਦਮੀ ਉਹਨੂੰ ਵੀ ਕਹਿਣਾ ਆਓ ਜੀ ਗੁਰਮੁਖੋ, ਆਓ ਜੀ ਸੰਤ ਜੀ, ਕੀ ਹਾਲ ਹੈ, ਫਿਰ ਤਾਂ ਖੁਸ਼ ਹੈ। ਲੋਕੀ ਆਪਣੀ ਉਪਮਾ ਚਾਹੁੰਦੇ ਨੇ, ਮੈਂ ਕੰਮ ਵੀ ਮਾੜੇ ਕਰਾਂ ਪਰ ਨਾਮ ਵੀ ਉੱਚਾ ਹੋਵੇ, ਇਸੇ ਨੂੰ ਕਲਯੁਗ ਕਹਿੰਦੇ। ਹੋਰ ਕਿਹਨੂੰ ਕਲਯੁਗ ਕਹਿੰਦੇ ਨੇ? ਗੋ ਗਰੀਬ ਕੋ ਹਤੈ ਕੁਸਾਲੀ, ਹੁਣ ਗਊ ਤੇ ਗਰੀਬ ਦੀ ਬਹੁਤ ਮਾੜੀ ਹਾਲਤ ਹੈ। ਅਨਿਆਈ ਲੋਕ ਜਿਹੜੇ ਨੇ ਉਹ ਇਹ ਇੱਕ ਕਹਿਣ ਮਾਤਰ ਨੁਕਤਾ ਹੁੰਦਾ ਗਊ ਗਰੀਬ, ਕਿਉਂਕਿ ਗਊ ਜਿਹੜੀ ਆ ਨਾ ਬਹੁਤੀ ਗਰੀਬੜੀ ਹੁੰਦੀ ਆ ਤੇ ਗਊ ਦਾ ਸੁਭਾਅ ਵੀ ਨਰਮ ਜਿਹਾ ਹੁੰਦਾ, ਜਿੱਥੇ ਬੰਨਤੀ ਖੜ ਗਈ ਇੱਥੇ ਜੋ ਪਾਤਾ ਖਾ ਲਿਆ। ਇਸ ਤਰੀਕੇ ਨਾਲ ਗਰੀਬ ਵੀ ਉਹੋ ਜਿਹਾ ਹੁੰਦਾ। ਕੁੜੀਆਂ ਨੂੰ ਵੀ ਕਹਿੰਦੇ ਨੇ, ਆਮ ਪਿੰਡਾਂ ਵਿੱਚ ਪਹਿਲਾਂ ਕਹਿੰਦੇ ਸੀ ਵਿਚਾਰੀ, ਹੁਣ ਤਾਂ ਕੁਝ ਤਰੱਕੀ ਹੋਈ, ਪਹਿਲਾਂ ਵੀ ਇਹ ਗਊ ਆ ਵਿਚਾਰੀ। ਭਾਵ ਇੱਕ ਉਹਦੇ ਗਊ ਦੇ ਸੁਭਾਅ ਨੂੰ ਲੈਣਾ ਉਹਦੇ 'ਚ, ਜਿੱਥੇ ਬੰਨਤਾ, ਜਿੱਥੋਂ ਜੋ ਖਵਾਤਾ, ਜੋ ਪਾਤਾ, ਕੁਝ ਨਹੀਂ ਕਹਿਣਾ ਉਹਨੇ, ਪਸ਼ੂ ਵਿਚਾਰਾ ਉਹਨੇ ਕੀ ਕਹਿਣਾ। ਇਸ ਤਰੀਕੇ ਨਾਲ ਕਹਿੰਦੇ ਗਊ ਅਤੇ ਗਰੀਬ। ਗਊ ਦਾ ਤਾਂ ਜ਼ਿਆਦੇ ਆ, ਇਹ ਜਿਹੜੇ ਤੁਰਕਾਨੇ ਵਾਲੇ ਸੀ ਇਹ ਖਾਂਦੇ ਗਊ ਦਾ ਮਾਸ ਸੀ, ਗਊਆਂ ਦੀ ਬਹੁਤ ਮਾੜੀ ਹਾਲਤ ਕਰ ਦਿੱਤੀ। ਲੋਕ ਗਰੀਬ ਤਾਂ ਹੋ ਗਏ, ਸਾਰੀ ਦੁਨੀਆ ਦਾ ਪੈਸਾ ਹੀ ਲੁੱਟ ਲਿਆ, ਹਰੇਕ ਚੀਜ਼ ਹੀ ਲੁੱਟ ਲਈ। ਹੁਣ ਦੁਨੀਆ ਦੇ ਉੱਤੇ ਹਾਹਾਕਾਰ ਮਚ ਗਈ, ਕਾਨੂੰਨ ਵਿਵਸਥਾ ਸਾਰੀ ਖਤਮ ਹੋ ਗਈ। ਕਾਨੂੰਨ ਹੀ ਅਸਲੀ ਚੀਜ਼ ਹੈ ਸੰਸਾਰ ਦੇ ਅੰਦਰ, ਜੋ ਸੰਸਾਰ ਨੂੰ ਸਹੀ ਢੰਗ ਨਾਲ ਚਲਾਉਂਦਾ। ਜਿੱਥੇ ਕਾਨੂੰਨ ਕਮਜ਼ੋਰ ਹੋ ਜਾਂਦਾ ਹੈ ਉੱਥੇ ਦੁਨੀਆ ਸਾਰੀ ਆਪ ਇੱਕ ਦੂਜੇ ਨੂੰ ਐਵੇਂ ਮਾਰੀ ਜਾਣਗੇ, ਇੱਕ ਦੂਜੇ ਤੇ ਖੋਈ ਖਿੰਜੀ ਜਾਣਗੇ। ਇਹ ਰਾਜੇ ਦਾ ਫਰਜ਼ ਬਣਦਾ ਕੋਈ ਪ੍ਰਜਾ ਨੂੰ ਸੁਖੀ ਰੱਖੇ, ਪਰ ਰਾਜੇ ਤਾਂ ਮਹਾਰਾਜ ਕਹਿੰਦੇ ਉਲਟੀ ਵਾੜ ਖੇਤ ਕੋ ਖਾਈ। ਕਿ ਕਲ ਹੈ ਕੀਨ ਕੁਚਾਲੇ, ਹੁਣ ਕਲਯੁਗ ਦੇ ਸਮੇਂ ਦੇ ਵਿੱਚ ਖੋਟੀ ਚਾਲ ਚੱਲ ਕੇ, ਜੇ ਕਲਯੁਗ ਦਾ ਸਮਾਂ ਸੀ ਨਾ, ਇਹਦੇ ਵਿੱਚ ਸਾਰੇ ਜਾਣੇ ਖੋਟੀ ਚਾਲ ਚੱਲਦੇ ਨੇ। ਕਲਯੁਗ ਦੇ ਸਮੇਂ ਦੇ ਵਿੱਚ ਹਰੇਕ ਬੰਦੇ ਦੀ ਬੁੱਧੀ ਖਰਾਬ ਹੋ ਗਈ, ਮੰਨੋ ਨਿਰਪਤ ਭਏ ਮਤ ਮੰਦ ਮਲੀਨਾ। ਹੁਣ ਜਿਹੜੇ ਰਾਜੇ ਸੀ ਉਹ ਖੋਟੀ ਮਤ ਵਾਲੇ ਹੋ ਗਏ, ਮੈਲੇ ਮਨਾਂ ਵਾਲੇ ਹੋ ਗਏ। ਕਿੱਥੇ ਤਾਂ ਰਾਜ ਨੇ ਇੱਜ਼ਤ ਬਚਾਉਣੀ ਧੀਆਂ ਭੈਣਾਂ ਦੀ, ਕਿੱਥੇ ਰਾਜਿਆਂ ਨੇ ਫਿਰ ਇੱਜ਼ਤ ਨਾਲ ਖੇਲਣਾ ਸ਼ੁਰੂ ਕਰਤਾ। ਜਦ ਰਾਜਾ ਗਲਤੀ ਕਰਦਾ ਇੰਨੀ ਤੇ ਵਜ਼ੀਰ ਵੀ ਕਰੇਗਾ, ਉਹਨੂੰ ਦੇਖ ਕੇ ਉਦੋਂ ਛੋਟਾ ਵੀ, ਫਿਰ ਸਿਪਾਹੀ ਤੱਕ ਵੀ। ਸਿਪਾਹੀ ਗਲਤੀ ਕਰਦਾ ਤਾਂ ਆਮ ਜਨਤਾ, ਜਿਹੜੇ ਲੋਕ ਖਰਾਬ ਨੇ, ਉਹ ਕਹਿੰਦੇ ਜਦੋਂ ਆਪ ਇਹ ਕਰਦੇ ਨੇ ਆਪਾਂ ਨੂੰ ਵੀ ਕੀ, ਆਪ ਉਹ ਵੀ ਗਲਤੀਆਂ। ਭਾਵ ਕਹਿਣ ਤੋਂ ਜਦੋਂ ਕਾਨੂੰਨ ਸਾਰਾ ਹੀ ਖਤਮ ਹੋ ਗਿਆ ਦੁਨੀਆ ਵਿੱਚੋਂ। ਜਾਨ ਸ਼ੁਭ ਕਰਮ ਖੋਸ ਕਿਸ ਲੀਨਾ, ਯਾਨੀ ਮੰਨੋ ਜਿਹੜੇ ਸ਼ੁਭ ਕਰਮ ਸੀ ਕਿਸੇ ਨੇ ਖੋਹ ਹੀ ਲਏ ਦੁਨੀਆ ਕੋਲੋਂ। ਦੁਨੀਆ ਸ਼ੁਭ ਕਰਮ ਤੇ ਚੱਲਣਾ ਹੀ ਹਟ ਗਈ। ਤਾਈਓ ਮਹਾਰਾਜ ਨੇ ਕਿਹਾ ਦੇਹ ਸੇਵਾ ਭਰ ਮੋਹਿ ਇਹ ਸ਼ੁਭ ਕਰਮਨ ਤੇ ਕਬਹੁ ਨ ਟਰ। ਸੇਵਾ ਤੋਂ ਭਾਵ ਪਰਮਾਤਮਾ, ਇਹ ਵਾਹਿਗੁਰੂ ਮੈਨੂੰ ਇਉਂ ਕਿਰਪਾ ਕਰ, ਮੈਂ ਸ਼ੁਭ ਕਰਮਾਂ ਤੋਂ ਨਾ ਟਲਾਂ ਕਦੇ। ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਕਰਕੇ ਸਾਡੇ ਉੱਤੇ ਮਿਹਰ ਕਰੋ, ਅਸੀਂ ਸ਼ੁਭ ਕਰਮੀ ਬਣੀਏ, ਭਲੇ ਪੁਰਸ਼ ਬਣੀਏ। ਇਸ ਤਰ੍ਹਾਂ ਸੰਸਾਰ ਵਿੱਚੋਂ ਸ਼ੁਭ ਕਰਮ ਜਿਹੜਾ ਸੀ, ਮਹਾਰਾਜ ਨੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਸਾਰੀ ਦੁਨੀਆ ਵਿੱਚ ਮੰਤਰੀ ਲੋਲਪ ਬੇਸਵਾ ਗਾਮੀ। ਹੁਣ ਮੰਤਰੀ ਜਿਹੜੇ ਸੀਗੇ, ਹੁਣ ਦੱਸ ਦਿਨ ਰਾਜੇ ਵਿਗੜ ਗਏ, ਫਿਰਦਾ ਮੰਤਰੀ ਵਿਗੜ ਗਏ, ਬੇਸਵਾਗਾਮੀ ਹੋ ਗਏ ਮੰਤਰੀ, ਔਰ ਹਰ ਵਕਤ ਮਾੜੀਆਂ ਚੀਜ਼ਾਂ ਖਾਣੀਆਂ, ਵਿਭਚਾਰੀ ਹੋ ਗਏ। ਦੁਰਾਚਾਰ ਕਰ ਹੀ ਬਨ ਬਾਮੀ। ਇਹ ਟੇਢੇ ਮਨਾਂ ਵਾਲੇ ਬਣ ਕੇ ਨਾ ਵਿਭਚਾਰੀ ਹੋ ਕੇ, ਲੰਪਟ ਹੋ ਕੇ ਭੈੜੇ ਕਰਮ ਕਰਨ ਲੱਗ ਪਏ। ਇਸ ਤਰ੍ਹਾਂ ਜਿਹੜਾ ਸੀ ਉਹ ਸਾਰਾ ਕਾਨੂੰਨ
ਦੇ ਰਾਖੇ ਹੀ ਕਾਨੂੰਨ ਨੂੰ ਖਾਣ ਲੱਗ ਪਏ। ਦੋਹਰਾ ਦੁਰਮਤ ਦੁਸ਼ਟ ਦਰੋਦਰੀ ਦੁਕ੍ਰਿਤ ਦੁਖਤ ਕਲੇਸ਼। ਸੋ ਇਸ ਤਰ੍ਹਾਂ ਕਹਿੰਦੇ ਹਨ, ਮਨ ਨੂੰ ਇੱਕ ਬਣਾ ਦਿੱਤੀ ਗੱਲ ਕਵੀ ਜੀ ਨੇ ਕਿ ਜਿਹੜੀ ਸੀ ਖੋਟੀ ਬੁੱਧੀ ਅਤੇ ਇਸ ਤਰੀਕੇ ਨਾਲ ਦੁਸ਼ਟਤਾ ਜਿਹੜੀ ਸੰਸਾਰ ਦੇ ਅੰਦਰ ਸੀ, ਦਰੋਦਰੀ ਹੁੰਦੀ ਹੈ ਜੂਏਬਾਜ਼ੀ ਵਕੀਲੀ ਕਰਦੀ, ਔਰ ਦੁਕ੍ਰਿਤ ਹੁੰਦੀ ਹੈ ਜਿਹੜੀ ਪਾਪ ਕਰਮ ਕਰਨੇ ਸੰਸਾਰ ਦੇ ਅੰਦਰ, ਦੁਖਤ ਕਲੇਸ਼ ਇਹਦੇ ਨਾਲ ਕਿਸੇ ਦੇ ਮਨ ਨੂੰ ਦਿਖਾਉਣਾ, ਕਲੇਸ਼ ਸੰਤਾਪ ਖੜੇ ਹੋਣੇ, ਘਰਾਂ 'ਚ ਝਗੜੇ ਹੋਣੇ, ਪਰਜਾ ਵਿੱਚ ਝਗੜੇ ਹੋਣੇ, ਲੁੱਟਾਂ ਖੋਹਾਂ ਵੱਧ ਜਾਣੀਆਂ, ਰਾਤ ਨੂੰ ਤਾਂ ਲੁੱਟਦੇ ਲੁੱਟਦੇ ਦਿਨ ਹੀ ਲੁੱਟਣ ਲੱਗ ਪਏ, ਫਿਰ ਸ਼ਰੇਆਮ ਹੀ ਲੁੱਟਾਂ ਹੋ ਗਈਆਂ। ਇਸ ਤਰ੍ਹਾਂ ਦੇ ਐਸੇ ਹੁਣ ਵੀ ਸਮਾਂ ਉਦਾਂ ਦਾ ਉਦਾਂ ਹੀ ਹੋਈ ਜਾ ਰਿਹਾ। ਫਿਰ ਬਿਲਕੁਲ ਇਹ ਸਮਾਂ ਉਹੀ ਹੈ ਜਿਹੜਾ ਅੱਜ ਤੋਂ 538 ਸਾਲ 600 ਸਾਲ ਪਹਿਲਾਂ ਵੀ ਐਸਾ ਇੱਕ ਸਮਾਂ ਆਇਆ ਸੀ, ਕਿਉਂਕਿ ਇਹ ਹੋ ਹੀ ਜਾਂਦਾ ਜਦੋਂ ਸਮਾਂ ਲੰਘ ਜਾਂਦਾ 200-400 ਸਾਲ 500 ਸਾਲ, ਫਿਰ ਇੱਕ ਵਾਰ ਤਬਦੀਲੀ ਜੀ ਆਉਂਦੀ ਸੰਸਾਰ ਉੱਤੇ।